ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਕਿਤਾਬ ਸਿੱਖ ਸਿਦਕਨਾਹਾਰੇ ਦਾ ਦੂਜਾ ਲੇਖ ਮੇਰਾ ਜੀਵਨ ਫਲਸਫਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਲਤੀਫਾ। ਬੜੀ ਪੁਰਾਣੀ ਗੱਲ ਹੈ। ਇੱਕ ਲਤੀਫਾ ਹਾਸੇ ਭਰਿਆ ਟੋਟਕਾ ਸੁਣਿਆ ਸੀ। ਇੱਕ ਵਾਰੀ ਦਰਿਆ ਦੇ ਪੱਤਣ ਤੇ ਦੋ ਰਾਹੀ ਆ ਇਕੱਠੇ ਹੋਏ। ਦੋਹਾਂ ਨੇ ਬੇੜੀ ਵਿੱਚ ਦਰਿਆ ਤੋਂ ਪਾਰ ਲੰਘਣਾ ਸੀ। ਦੋਵੇਂ ਬੇੜੀ ਵਿੱਚ ਬੈਠ ਗਏ। ਮਲਾਹ ਨੇ ਬੇੜੀ ਠੇਲ ਦਿੱਤੀ। ਉਹ ਰਾਹੀ ਆਪੋ ਵਿੱਚ ਗੱਲੀਂ ਲੱਗ ਗਏ। ਇੱਕ ਨੇ ਦੂਜੇ ਨੂੰ ਪੁੱਛਿਆ, ਸੁਣਾ ਭਾਈ, ਤੂੰ ਫਲਸਫਾ ਪੜ੍ਹਿਆ ਹੋਇਆ ਹੈ? ਦੂਜੇ ਨੇ ਇਸ ਦਾ ਉੱਤਰ ਦਿੱਤਾ, ਨਹੀਂ। ਫਲਸਫੇ ਵਾਲੇ ਨੇ ਕਿਹਾ, ਤੂੰ ਆਪਣੀ ਅੱਧੀ ਉਮਰ ਅਜਾਈਂ ਹੀ ਗਵਾ ਲਈ ਹੈ। ਬੇੜੀ ਦਰਿਆ ਦੇ ਅੱਧ ਵਿੱਚ ਪਹੁੰਚ ਗਈ। ਉੱਥੇ ਵਹਿਣ ਬੜਾ ਤੇਜ਼ ਤੇ ਡੂੰਘਾ ਸੀ। ਇਤਨੇ ਨੂੰ ਬੜਾ ਝੱਖੜ ਚੜ੍ਹ ਆਇਆ। ਦੂਜੇ ਰਾਹੀ ਨੇ ਪਹਿਲੇ ਪਾਸੋਂ ਪੁੱਛਿਆ, ਸੁਣਾ ਸੱਜਣਾ, ਤਰਨਾ ਜਾਣਦਾ ਹੈ? ਫਿਲਾਸਫਰ ਨੇ ਕਿਹਾ, ਨਹੀਂ। ਤਾਂ ਉਸ ਦੂਜੇ ਰਾਹੀ ਨੇ ਆਖਿਆ, ਤਰਨੋਂ ਕੋਰਾ ਹੋਣ ਕਰਕੇ ਤੂੰ ਆਪਣੀ ਸਾਰੀ ਉਮਰ ਗਵਾ ਲਈ। ਇਸ ਆ ਰਹੇ ਝੱਖੜ ਨੇ ਜੇ ਬੇੜੀ ਡੋਬ ਦਿੱਤੀ ਤਾਂ ਤੂੰ ਦਰਿਆ ਵਿੱਚ ਡੁੱਬ ਜਾਏਗਾ। ਆਮ ਤੌਰ 'ਤੇ ਇਹੀ ਹਾਲ ਇਹ ਸੰਸਾਰ ਸਮੁੰਦਰ ਵਿੱਚ ਉਸ ਮਨੁੱਖ ਦਾ ਹੁੰਦਾ ਹੈ ਜੋ ਧਾਰਮਿਕ ਪੁਸਤਕਾਂ ਜਾਂ ਫਲਸਫੇ ਦੀਆਂ ਕਿਤਾਬਾਂ ਤੋਂ ਜੀਵਨ ਫਲਸਫਾ ਜ਼ਬਾਨੀ ਯਾਦ ਕਰਕੇ ਹੋਰਨਾਂ ਨੂੰ ਸੁਣਾਉਂਦਾ ਫਿਰਦਾ ਹੈ। ਇਸ ਮਾਂਗਵੇ ਫਲਸਫੇ ਦੇ ਓਲੇ ਉਸ ਦੀਆਂ ਆਪਣੀਆਂ ਜੀਵਨ ਉਕਾਈਆਂ ਲੁਕੀਆਂ ਰਹਿੰਦੀਆਂ ਹਨ। ਜਦੋਂ ਵਾਸ਼ਨਾ ਦੀਆਂ ਠਿੱਲਾਂ ਵਿੱਚ ਉਸ ਦੀ ਜੀਵਨ ਨਈਆ ਕਾਬੂ ਆ ਜਾਂਦੀ ਹੈ ਜਾਂ ਡੋਲ ਜਾਂਦੀ ਹੈ, ਕਈ ਵਾਰੀ ਡੁੱਬ ਹੀ ਜਾਂਦੀ ਹੈ। ਜੀਵਨ ਫਲਸਫਾ ਆਪੋ ਆਪਣਾ। ਹਰੇਕ ਮਨੁੱਖ ਦਾ ਜੀਵਨ ਫਲਸਫਾ ਤਕਰੀਬਨ ਆਪੋ ਆਪਣਾ ਹੀ ਹੋਣਾ ਚਾਹੀਦਾ ਹੈ। ਉਹੀ ਫਲਸਫਾ ਉਸ ਦੀ ਜੀਵਨ ਬੇੜੀ ਦਾ ਸਹਾਰਾ ਬਣ ਸਕਦਾ ਹੈ। ਪਰ ਇਹ ਵੀ ਠੀਕ ਹੈ ਕਿ ਮਨੁੱਖ ਜਿਸ ਧਰਮ ਗ੍ਰੰਥ ਨੂੰ ਆਪਣੀ ਜ਼ਿੰਦਗੀ ਦਾ ਰਹਿਬਰ ਬਣਾਉਂਦਾ ਹੈ, ਜਿਸ ਬਾਣੀ ਨੂੰ ਆਪਣੇ ਮਨ ਦੀ ਥੰਮੀ ਬਣਾਉਂਦਾ ਹੈ, ਉਸੇ ਦੀ ਰੰਗਣ ਵਿੱਚ ਹੀ ਉਹ ਸਦਾ ਰੰਗਿਆ ਰਹਿੰਦਾ ਹੈ। ਉਸ ਬਾਣੀ ਦਾ ਜੀਵਨ ਫਲਸਫਾ ਉਸ ਮਨੁੱਖ ਦੇ ਜੀਵਨ ਉੱਤੇ ਪੂਰਾ ਪ੍ਰਭਾਵ ਪਾ ਲੈਂਦਾ ਹੈ। ਜਦੋਂ ਮਨੁੱਖ ਆਪਣੀਆਂ ਹੱਡ ਬੀਤੀਆਂ ਵੱਲ ਧਿਆਨ ਮਾਰ ਕੇ ਕੋਈ ਜੀਵਨ ਸਿਧਾਂਤ ਥਾਪਦਾ ਹੈ ਤਾਂ ਸੁੱਤੇ ਹੀ ਉਸ ਦਾ ਜੀਵਨ ਸਿਧਾਂਤ ਆਪਣੇ ਰਹਿਬਰ ਦੇ ਸਿਧਾਂਤਾਂ ਦੇ ਅਨੁਕੂਲ ਹੀ ਹੋ ਜਾਂਦਾ ਹੈ। ਪਰਮਾਤਮਾ ਆਪ ਹੀ ਢੋ ਟਿਕਾਉਂਦਾ ਹੈ। ਬੜੇ ਬੜੇ ਧਨਾੜ ਅਤੇ ਵਿਦਵਾਨ ਮਨੁੱਖਾਂ ਦੇ ਪੁੱਤਰ ਲਾਲ ਬੁਝੱਕੜ ਹੀ ਰਹਿ ਜਾਂਦੇ ਹਨ। ਪਿਓ ਦਾ ਧਨ, ਪਿਓ ਦੀ ਵਿਦਿਆ ਉਹਨਾਂ ਨੂੰ ਜੀਵਨ ਦੌੜ ਵਿੱਚ ਸੁਚੇਤ ਨਹੀਂ ਬਣਾ ਸਕਦੇ। ਅਸੀਂ ਕਹਿ ਦਿਆ ਕਰਦੇ ਹਾਂ ਕਿ ਅਜਿਹੇ ਘਰਾਂ ਵਿੱਚ ਮਾਪਿਆਂ ਦੇ ਲਾਡ ਬੱਚਿਆਂ ਨੂੰ ਬਰਬਾਦ ਕਰ ਦਿੰਦੇ ਹਨ। ਪਰ ਇਸ ਵਿੱਚ ਬਰਬਾਦ ਹੋਣ ਵਾਲੇ ਬੱਚੇ ਦਾ ਕੀ ਦੋਸ਼? ਪੈਦਾ ਕਰਨ ਵਾਲਾ ਕਰਤਾਰ ਉਸ ਦੇ ਵਾਸਤੇ ਵਾਤਾਵਰਨ ਹੀ ਅਜਿਹਾ ਬਣਾਈ ਰੱਖਦਾ ਹੈ ਜਿੱਥੇ ਉਹ ਬੁੱਧੂ ਹੀ ਬਣੇ। ਅਤ ਗਰੀਬ ਘਰਾਂ ਵਿੱਚ ਜਿੱਥੇ ਤਨ ਨੂੰ ਲੋੜੀਂਦਾ ਕੱਪੜਾ ਅਤੇ ਖਾਣ ਨੂੰ ਰਜਵਾਂ ਅੰਨ ਵੀ ਨਸੀਬ ਨਹੀਂ ਹੁੰਦਾ, ਉਹ ਅਜਿਹੇ ਢੋ ਟਿਕਾਉਂਦਾ ਹੈ ਕਿ ਉਸ ਗਰੀਬ ਘਰ ਵਿੱਚ ਜੰਮੇ ਬੱਚੇ ਦਾ ਜੀਵਨ ਚਮਕ ਪੈਂਦਾ ਹੈ। ਹਮਦਰਦ ਉਸਤਾਦ ਪ੍ਰਾਇਮਰੀ ਤੋਂ ਮਿਡਲ ਤੱਕ। ਸਾਡੇ ਪਿੰਡ ਤੋਂ ਅੱਧਾ ਕੁ ਮੀਲ 'ਤੇ ਹੀ ਪ੍ਰਾਇਮਰੀ ਸਕੂਲ ਸੀ। ਮੇਰਾ ਪਿਓ ਹੈ ਸੀ ਤਾਂ ਬੜਾ ਗਰੀਬ, ਪਰ ਉਸਨੇ ਮੈਨੂੰ ਉੱਥੇ ਪਹਿਲੀ ਜਮਾਤ ਵਿੱਚ ਦਾਖਲ ਕਰਾ ਦਿੱਤਾ। ਸਾਰੀ ਜਮਾਤ ਵਿੱਚ ਸਰੀਰਕ ਤੌਰ 'ਤੇ ਸਭ ਤੋਂ ਕਮਜ਼ੋਰ ਤੇ ਉਮਰੋਂ ਹੀ ਛੋਟਾ ਸਾਂ। ਇਹ ਬੜੀ ਪੁਰਾਣੀ ਗੱਲ ਹੈ, 1898 ਦੀ। ਪੰਜਾਬ ਵਿੱਚ ਅੰਗਰੇਜ਼ੀ ਰਾਜ ਦੇ ਪੈਰ ਲੱਗਿਆਂ ਅਜੇ 50-60 ਸਾਲ ਹੀ ਹੋਏ ਸਨ। ਪ੍ਰਾਇਮਰੀ ਸਕੂਲ ਵੀ ਕਿਤੇ ਟਾਵੇਂ ਟਾਵੇਂ ਹੀ ਸਨ। ਇਮਤਿਹਾਨ ਆਇਆ। 4-5 ਸਕੂਲਾਂ ਦਾ ਇਮਤਿਹਾਨ ਇੱਕੋ ਥਾਂ ਰੱਖਿਆ ਗਿਆ। ਸਾਡੇ ਪਿੰਡ ਤੋਂ ਉਹ ਕਸਬਾ 4 ਮੀਲਾਂ 'ਤੇ ਸੀ। ਮੇਰਾ ਪਿਓ ਮੇਰੇ ਨਾਲ ਗਿਆ। ਨਾਰੋਵਾਲ ਤੋਂ ਸ਼ਾਹਦਰੇ ਨੂੰ ਜਾਣ ਵਾਲੀ ਸੜਕ ਦੇ ਕੰਢੇ 'ਤੇ ਸਾਨੂੰ ਸੜਕ ਦੇ ਦੁਆਲੇ ਦੀਆਂ ਖਾਲੀਆਂ ਵਿੱਚ ਬਿਠਾਇਆ ਗਿਆ। ਇਮਤਿਹਾਨ ਲੈਣ ਆਇਆ ਇੰਸਪੈਕਟਰ ਬੜੇ ਕਰੜੇ ਸੁਭਾਅ ਵਾਲਾ ਸੀ। ਉਸਨੇ ਆਉਂਦਿਆਂ ਹੀ ਕਿਸੇ ਗੱਲੋਂ ਖਫਾ ਹੋ ਕੇ ਸਾਡੇ ਸਕੂਲ ਦੇ ਹੈੱਡਮਾਸਟਰ ਸਾਹਿਬ ਨੂੰ ਉੱਥੋਂ ਕੱਢ ਦਿੱਤਾ। ਜਲਾਲਦੀਨ ਉਹਨਾਂ ਦਾ ਨਾਂ ਸੀ, ਨਾਰੋਵਾਲ ਦੇ ਰਹਿਣ ਵਾਲੇ। ਅਸੀਂ ਉਹਨਾਂ ਨੂੰ ਕਾਜ਼ੀ ਜੀ ਕਹਿ ਕੇ ਬੁਲਾਇਆ ਕਰਦੇ ਸਾਂ। ਉਹਨਾਂ ਨੂੰ ਝਾੜ ਝੰਬ ਕਰਕੇ ਉਹ ਸਿੱਧਾ ਸਾਡੀ ਪਹਿਲੀ ਜਮਾਤ ਵੱਲ ਆਇਆ। ਸਭ ਮੁੰਡੇ ਤੇ ਉਸਤਾਦ ਸਹਿਮੇ ਹੋਏ ਸਨ। ਆਉਂਦਿਆਂ ਹੀ ਉਹ ਮੇਰੇ ਉੱਤੇ ਆ ਕੜਕਿਆ ਤੇ ਕਹਿਣ ਲੱਗਾ, 3 ਕਾ ਪਹਾੜਾ ਸੁਣਾਓ। ਪਤਾ ਨਹੀਂ ਮੇਰੇ ਮਾਲਕ ਨੇ ਕੀ ਖੇਡ ਵਰਤਾਈ, ਮੈਂ ਵੀ ਕੜਕ ਕੇ ਹੀ ਉਹ ਪਹਾੜਾ ਸੁਣਾ ਦਿੱਤਾ। ਬਸ ਉਸ ਦੀ ਕੜਕ ਕੜਕ ਹੋ ਗਈ। ਸਾਡੇ ਕਾਜ਼ੀ ਨੂੰ ਉਸ ਨੇ ਖੁਸ਼ ਹੋ ਕੇ ਵਾਪਸ ਸੱਦ ਲਿਆ।
ਕਾਜ਼ੀ ਜੀ ਨੇ ਉਸੇ ਦਿਨ ਤੋਂ ਹੀ ਮੈਨੂੰ ਥਾਪੜਾ ਦੇਣਾ ਸ਼ੁਰੂ ਕਰ ਦਿੱਤਾ। ਪੜ੍ਹਾਈ ਵਿੱਚ ਮੇਰਾ ਹੌਸਲਾ ਵੱਧਦਾ ਗਿਆ। ਮੇਰੇ ਗਰੀਬ ਪਿਓ ਦੇ ਦਿਲ ਵਿੱਚ ਵੀ ਚਾਉ ਪੈਦਾ ਹੋ ਗਿਆ ਮੈਨੂੰ ਪੜ੍ਹਾਉਣ ਦਾ। ਸਾਡੇ ਪਿੰਡ ਤੋਂ 5 ਮੀਲਾਂ 'ਤੇ ਮਿਡਲ ਸਕੂਲ ਸੀ। ਕਾਜ਼ੀ ਜੀ ਦੀ ਪ੍ਰੇਰਨਾ ਨੇ ਮੇਰੇ ਗਰੀਬ ਪਿਓ ਦਾ ਹੌਸਲਾ ਵਧਾਇਆ। 5ਵੀਂ ਜਮਾਤ ਪਾਸ ਕਰਕੇ ਮੈਂ ਮਿਡਲ ਸਕੂਲ ਵਿੱਚ ਦਾਖਲ ਹੋ ਗਿਆ। 6ਵੀਂ ਪਾਸ ਕਰਕੇ 7ਵੀਂ ਜਮਾਤੇ ਚੜ੍ਹਿਆ। ਇਸ ਜਮਾਤ ਵਾਸਤੇ ਇੱਕ ਨਵੇਂ ਪੰਡਤ ਜੀ ਆਏ, ਦੂਰੋਂ ਸਿਆਲਕੋਟ ਦੇ ਨੇੜੇ ਕਸਬਾ ਸੰਭੜਿਆਲ ਤੋਂ। ਇਹਨਾਂ ਦਾ ਨਾਂ ਸੀ ਪੰਡਤ ਸ਼ਿਵਦਿਆਲ। ਸੰਭੜਿਆਲ ਵਿੱਚ ਵੀ ਇੱਕ ਮਿਡਲ ਸਕੂਲ ਸੀ। ਸਾਰੇ ਜ਼ਿਲ੍ਹਾ ਸਿਆਲਕੋਟ ਵਿੱਚ 4 ਸਕੂਲ ਸਨ। ਉਹਨਾਂ ਪਹਿਲੇ ਹੀ ਦਿਨ ਸਾਰੀ ਨਵੀਂ ਜਮਾਤ ਦਾ ਇਮਤਿਹਾਨ ਲਿਆ, ਯੂਕਲਿਡ ਦੇ ਮਜ਼ਮੂਨ ਦਾ। 6ਵੀਂ ਜਮਾਤ ਵਿੱਚ ਪੜ੍ਹੀ ਕਿਤਾਬ ਦੀ 5ਵੀਂ ਸ਼ਕਲ ਉਹਨਾਂ ਤਖਤਾ ਸਿਆਹ ਉੱਤੇ ਖਿੱਚ ਦਿੱਤੀ। ਵਾਰੋ ਵਾਰੀ ਹਰੇਕ ਮੁੰਡੇ ਨੂੰ ਸੱਦਦੇ ਗਏ। ਮੁੰਡਿਆਂ ਘੋਟਾ ਮਾਰਿਆ ਹੋਇਆ ਸੀ ਕਿਤਾਬੀ। ਉਹ ਜ਼ਬਾਨੀ ਹੀ ਅਲਫ ਬੇ ਜੀਮ ਆਖ ਆਖ ਕੇ ਸੁਣਾਉਣ ਦਾ ਯਤਨ ਕਰਦੇ ਗਏ, ਪਰ ਪੰਡਤ ਜੀ ਨੇ ਤਖਤਾ ਸਿਆਹ ਉੱਤੇ ਇਹ ਅੱਖਰ ਲਿਖੇ ਹੀ ਨਹੀਂ ਸਨ। ਅਖੀਰ 'ਤੇ ਮੇਰੀ ਵਾਰੀ ਆਈ। ਮੈਂ ਤਖਤਾ ਸਿਆਹ ਦੇ ਕੋਲ ਜਾ ਕੇ ਚਾਕ ਦੀ ਡਲੀ ਹੱਥ ਵਿੱਚ ਲੈ ਕੇ ਸ਼ਕਲ ਉੱਤੇ ਨਿਸ਼ਾਨ ਲਾ ਲਾ ਕੇ ਉਹ ਸਾਰੀ ਸ਼ਕਲ ਸੁਣਾ ਦਿੱਤੀ। ਬਸ ਉਸੇ ਦਿਨ ਤੋਂ ਪੰਡਤ ਜੀ ਨੇ ਮੇਰੀ ਪੜ੍ਹਾਈ ਦੀ ਪੂਰੀ ਨਿਗਰਾਨੀ ਸ਼ੁਰੂ ਕਰ ਦਿੱਤੀ ਤੇ ਮਿਡਲ ਦੇ ਇਮਤਿਹਾਨ ਵਿੱਚ ਮੈਂ ਸਾਰੇ ਡਿਵੀਜ਼ਨ ਵਿੱਚ ਪਹਿਲੇ ਦਰਜੇ 'ਤੇ ਆਇਆ, ਪੰਜਾਬ ਵਿੱਚ 7ਵੇਂ ਦਰਜੇ। ਮੈਨੂੰ 6 ਰੁਪਏ ਮਹੀਨਾ ਵਜ਼ੀਫਾ ਮਿਲ ਗਿਆ। ਮੇਰੇ ਗਰੀਬ ਪਿਓ ਨੇ ਫਿਰ ਹੌਸਲਾ ਕੀਤਾ ਤੇ ਮੈਨੂੰ ਹਾਈ ਸਕੂਲ ਵਿੱਚ ਜਾ ਦਾਖਲ ਕਰਾਇਆ। ਸ਼ਹਿਰ ਪਸਰੂਰ ਸਾਡੇ ਪਿੰਡ ਤੋਂ 20 ਮੀਲਾਂ ਦੀ ਵਿੱਥ 'ਤੇ। ਪਿਛਲੇ ਸੰਸਕਾਰ ਕੇਸ। ਆਮ ਤੌਰ 'ਤੇ ਘਰ ਵਾਸਤੇ ਕੋਈ ਖਾਣ ਪੀਣ ਦੀ ਚੀਜ਼ ਮੈਂ ਕਦੇ ਨਹੀਂ ਖਰੀਦੀ, ਪਰ ਜੇ ਕਦੇ ਰੱਬ ਸਬੱਬੀ ਕੋਈ ਫਲ ਖਰੀਦਣ ਵਾਸਤੇ ਮੈਂ ਕਿਸੇ ਫਲਾਂ ਵਾਲੀ ਵੱਡੀ ਦੁਕਾਨ 'ਤੇ ਚਲਾ ਜਾਵਾਂ ਤਾਂ ਮੇਰੀ ਨਜ਼ਰ ਸਿਰਫ ਉਹਨਾਂ ਫਲਾਂ 'ਤੇ ਹੀ ਟਿਕਦੀ ਹੈ ਜੋ ਮੈਂ ਖਾਂਦਾ ਵਰਤਦਾ ਹਾਂ, ਜੋ ਮੈਂ ਨਿੱਤ ਵੇਖਦਾ ਹਾਂ। ਦੁਕਾਨ ਵਿੱਚ ਹੋਰ ਕਈ ਕਿਸਮਾਂ ਦੇ ਦਸੌਰੀ ਫਲ ਪਏ ਹੁੰਦੇ ਹਨ। ਮੇਰੇ ਅੰਦਰ ਕਦੇ ਉਹਨਾਂ ਵਾਸਤੇ ਕੋਈ ਖਿੱਚ ਨਹੀਂ ਪਈ। ਇਹਨਾਂ ਦੁਕਾਨਾਂ ਵਿੱਚ ਕਈ ਵਾਰ ਨਜ਼ਰੀ ਪਏ ਮਿੱਟੀ ਦੇ ਗਰੋਲੇ ਜਿਹੇ, ਪਰ ਅੱਖਾਂ ਨੂੰ ਇਹ ਕਦੇ ਵੀ ਨਾ ਜਚੇ। ਇੱਕ ਵਾਰੀ ਖਾਲਸਾ ਕਾਲਜ ਵਿੱਚ ਸਾਡੇ ਇੱਕ ਗੁਆਂਢੀ ਦੇ ਘਰ ਕੋਈ ਰਿਸ਼ਤੇਦਾਰ ਆਏ। ਉਹਨਾਂ ਵਾਸਤੇ ਉਹ ਕਈ ਕਿਸਮਾਂ ਦੇ ਫਲ ਵੀ ਲਿਆਏ। ਗੁਆਂਢੀਆਂ ਨੇ ਮਿੱਟੀ ਦੇ ਗਰੋਲਿਆਂ ਵਰਗੇ ਫਲ ਸਾਨੂੰ ਵੀ ਦਿੱਤੇ ਤੇ ਕਹਿਣ ਲੱਗੇ, ਆਹ ਲਓ ਚੀਕੂ, ਇਹ ਬੜੇ ਮਿੱਠੇ ਹੁੰਦੇ ਹਨ। ਉਸ ਦਿਨ ਤੋਂ ਸਾਡੀ ਉਹਨਾਂ ਚੀਕੂਆਂ ਨਾਲ ਸਾਂਝ ਬਣ ਗਈ ਹੈ। ਸਾਡੇ ਅੰਦਰ ਉਹਨਾਂ ਦੇ ਸਵਾਦ ਦੇ ਸੰਸਕਾਰ ਟਿਕ ਗਏ ਹਨ ਤੇ ਹੁਣ ਅਸੀਂ ਉਚੇਚੀ ਭਾਲ ਕਰਕੇ ਵੀ ਚੀਕੂ ਖਰੀਦਦੇ ਹਾਂ। ਹਰੇਕ ਪ੍ਰਾਣੀ ਦੇ ਅੰਦਰ ਆਪਣੀਆਂ ਹੱਡ ਬੀਤੀਆਂ ਦੇ ਸੰਸਕਾਰ ਇਕੱਠੇ ਹੋਏ ਰਹਿੰਦੇ ਹਨ, ਸਿਰਫ ਇਸੇ ਜਨਮ ਦੇ ਨਹੀਂ, ਪਿਛਲੇ ਅਨੇਕਾਂ ਜਨਮਾਂ ਦੇ ਵੀ। ਜੀਵਨ ਇੱਕ ਵਹਿੰਦੀ ਨਦੀ ਸਮਾਂਜੂ ਹੋਇਆ। ਸੰਨ 1902 ਵਿੱਚ ਮੈਂ 6ਵੀਂ ਜਮਾਤ ਵਿੱਚ ਪੜ੍ਹਨ ਲਈ ਮਿਡਲ ਸਕੂਲ ਵਿੱਚ ਜਾ ਦਾਖਲ ਹੋਇਆ ਸਾਂ। ਉਸ ਕਸਬੇ ਦਾ ਨਾਂ ਸੀ ਗੋਤਾ ਫਤਿਹਗੜ੍ਹ। ਸਾਡੀ ਜਮਾਤ ਵਿੱਚ 25-26 ਮੁੰਡੇ ਪੜ੍ਹਦੇ ਸਨ। ਉਹਨਾਂ ਵਿੱਚੋਂ ਸਿਰਫ ਇੱਕ ਸਿੱਖ ਸੀ, ਬਾਕੀ ਹਿੰਦੂ ਤੇ ਮੁਸਲਮਾਨ। ਐਤਵਾਰ ਦੀ ਛੁੱਟੀ ਵਾਸਤੇ ਆਮ ਤੌਰ 'ਤੇ ਸ਼ਨੀਚਰਵਾਰ ਆਪਣੇ ਪਿੰਡ ਚਲੇ ਜਾਈਦਾ ਸੀ ਤੇ ਸੋਮਵਾਰ ਸਵੇਰੇ ਘਰੋਂ ਚੱਲ ਕੇ ਸਕੂਲ ਆ ਜਾਈਦਾ ਸੀ। ਸਾਡੇ ਪਿੰਡ ਦੇ ਰਸਤੇ ਵਿੱਚ ਕੁਝ ਲਾਂਭ ਦੇ ਇੱਕ ਪਿੰਡ ਸੀ ਫੌਜੀ ਸਿੰਘਾਂ ਦਾ। ਸਾਡੇ ਪਿੰਡ ਦੇ ਕੋਲ ਜਿਹੇ ਤਹਿਸੀਲ ਰਈਆ। ਜਦੋਂ ਮੈਂ ਸੋਮਵਾਰ ਸਵੇਰੇ ਘਰੋਂ ਸਕੂਲ ਨੂੰ ਜਾਂਦਾ ਸਾਂ ਤੇ ਰਸਤੇ ਵਿੱਚ ਕਈ ਵਾਰੀ ਕੋਈ ਨਾ ਕੋਈ ਫੌਜੀ ਸਿੰਘ ਤਹਿਸੀਲ ਨੂੰ ਜਾਂਦਾ ਮਿਲ ਪੈਂਦਾ ਸੀ। ਜਦੋਂ ਸ਼ਨੀਚਰਵਾਰ ਲੋਢੇ ਵੇਲੇ ਮੈਂ ਸਕੂਲੋਂ ਆਪਣੇ ਪਿੰਡ ਨੂੰ ਜਾਂਦਾ ਸਾਂ ਤਾਂ ਵੀ ਕਦੇ-ਕਦੇ ਕੋਈ ਨਾ ਕੋਈ ਸਿੰਘ ਤਹਿਸੀਲੋਂ ਆਪਣੇ ਪਿੰਡ ਨੂੰ ਆਉਂਦਾ ਮਿਲ ਪੈਂਦਾ ਸੀ। ਸਹਿਜੇ-ਸਹਿਜੇ ਮੈਨੂੰ ਇਉਂ ਜਾਪਣ ਲੱਗ ਪਿਆ ਕਿ ਇਹ ਸਿੰਘ ਹਿੰਦੂ ਤੇ ਮੁਸਲਮਾਨਾਂ ਨਾਲੋਂ ਵਧੇਰੇ ਸੋਹਣੇ ਤੇ ਜਵਾਨ ਹਨ। ਆਖਰ ਇਹ ਹੋਣ ਲੱਗ ਪਿਆ ਕਿ ਜਦੋਂ ਰਸਤੇ ਵਿੱਚ ਮਿਲ ਪੈਣ ਵਾਲਾ ਸਿੰਘ ਮੇਰੇ ਕੋਲ ਦੀ ਲੰਘ ਜਾਂਦਾ ਸੀ ਤਾਂ ਮੈਂ ਉੱਥੇ ਖਲੋ ਕੇ ਚੋਖਾ ਚਿਰ ਉਸ ਨੂੰ ਵੇਖਦਾ ਰਹਿੰਦਾ ਸਾਂ। ਮੈਂ ਉਸ ਸਕੂਲ ਵਿੱਚ 3 ਸਾਲ ਪੜ੍ਹਦਾ ਰਿਹਾ ਤੇ ਮੇਰੇ ਮਨ ਦੀ ਇਹ ਖੇਡ ਪੱਕੀ ਹੁੰਦੀ ਗਈ। ਸਾਡੀ ਜਮਾਤ ਦਾ ਉਹ ਇੱਕੋ ਇੱਕ ਸਿੱਖ ਮੁੰਡਾ ਵੀ ਮੈਨੂੰ ਬਾਕੀ ਮੁੰਡਿਆਂ ਨਾਲੋਂ ਸੋਹਣਾ ਜਾਪਣ ਲੱਗ ਪਿਆ। ਅਸੀਂ ਬੋਰਡਿੰਗ ਹਾਊਸ ਵਿੱਚ ਰਹਿੰਦੇ ਸਾਂ। ਜਦੋਂ ਉਹ ਸਵੇਰੇ ਉੱਠ ਕੇ ਆਪਣੇ ਕੇਸਾਂ ਨੂੰ ਕੰਘਾ ਕਰਦਾ ਸੀ ਤਾਂ ਉਸ ਦੇ ਕੇਸ
ਮੇਰੇ ਦਿਲ ਨੂੰ ਧੂਹ ਪਾਉਂਦੇ ਸਨ। ਫਿਰ ਮੇਰੇ ਮਨ ਨੇ ਮੁਹਾਰਾਂ ਹੋਰ ਪਾਸੇ ਮੋੜ ਲਈਆਂ। ਜੇ ਇਹਨਾਂ ਲੋਕਾਂ ਦੇ ਕੇਸ ਤੈਨੂੰ ਸੋਹਣੇ ਲੱਗਦੇ ਹਨ ਤਾਂ ਤੂੰ ਵੀ ਕੇਸ ਕਿਉਂ ਨਹੀਂ ਰੱਖ ਲੈਂਦਾ। ਥੋੜ੍ਹੇ ਹੀ ਮਹੀਨਿਆਂ ਵਿੱਚ ਅੰਦਰਲਿਆਂ ਨੇ ਫੈਸਲਾ ਕਰ ਲਿਆ ਕਿ ਕੇਸ ਜ਼ਰੂਰ ਰੱਖਣੇ ਹਨ। ਹੁਣ ਅਗਲਾ ਸਵਾਲ ਚੱਲ ਪਿਆ, ਨਾਂ ਕੀ ਰੱਖਣਾ ਹੈ। ਮੈਂ ਹਿੰਦੂ ਸਾਂ, ਮੇਰਾ ਨਾਂ ਹਿੰਦੂਆਂ ਵਾਲਾ ਸੀ, ਮੇਰੇ ਮਾਪੇ ਹਿੰਦੂ ਸਨ। ਇਹ ਨਵੀਂ ਭਾਲ ਸ਼ੁਰੂ ਹੋ ਗਈ, ਪਰ ਅੰਦਰ ਹੀ ਅੰਦਰ ਇਸ ਅੰਦਰਲੀ ਖੇਡ ਦਾ ਸਿਰਫ ਮੈਨੂੰ ਹੀ ਪਤਾ ਸੀ, ਜਾਂ ਇਹ ਖੇਡ ਖਿਡਾਉਣ ਵਾਲੇ ਨੂੰ। ਆਖਰ ਨਾਂ ਵੀ ਚੁਣ ਲਿਆ, ਪਰ ਨਾ ਅਜੇ ਕੇਸ ਰੱਖੇ ਤੇ ਨਾ ਹੀ ਨਾਂ ਬਦਲਿਆ। ਮੈਂ ਮਿਡਲ ਪਾਸ ਕਰਕੇ ਪਸਰੂਰ ਹਾਈ ਸਕੂਲ ਵਿੱਚ ਜਾ ਦਾਖਲ ਹੋਇਆ। ਸਾਡੇ ਪਿੰਡ ਦੇ ਨੇੜੇ ਹੀ ਇੱਕ ਸਾਧੂ ਦੀ ਕੁਟੀਆ ਸੀ। ਸਾਡਾ ਹੀ ਇੱਕ ਭਰਾ ਸਾਧੂ ਬਣ ਕੇ ਉੱਥੇ ਆ ਟਿਕਿਆ। 2-4 ਮਹੀਨੇ ਉੱਥੇ ਰਹਿ ਕੇ ਉਹ ਘੋਣ-ਮੋਣ ਸ਼ਕਲ ਅਤੇ ਭਗਵੇਂ ਕੱਪੜਿਆਂ ਵਿੱਚ ਉੱਥੋਂ ਕਿਤੇ ਚਲਾ ਗਿਆ। 2-3 ਸਾਲ ਲੰਘ ਗਏ, ਉਹਦੀ ਯਾਦ ਭੁੱਲ ਭੱਲ ਗਈ। ਪਸਰੂਰ ਸਕੂਲ ਤੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਮੈਂ ਆਪਣੇ ਘਰ ਆਇਆ ਹੋਇਆ ਸਾਂ। ਇੱਕ ਦਿਨ ਸਵੇਰੇ ਮੂੰਹ ਹਨੇਰੇ ਹੀ ਮੈਂ ਵਿਹੜੇ ਵਿੱਚ ਸੁੱਤਾ ਪਿਆ ਸਾਂ ਕਿ ਕਿਸੇ ਨੇ ਸਾਡਾ ਬੂਹਾ ਆ ਖੜਕਾਇਆ। ਮਾਮੀ, ਬੂਹਾ ਖੋਲ੍ਹੋ। ਮੈਂ ਆਵਾਜ਼ ਪਛਾਣ ਲਈ, ਪਰ ਇਹ ਉਹ ਸੀ ਜਿਹੜਾ ਸਾਧੂ ਬਣ ਕੇ ਕਿਤੇ ਤੁਰ ਗਿਆ ਸੀ। ਮੈਂ ਝੱਟ ਉੱਠ ਕੇ ਬੂਹਾ ਖੋਲ੍ਹਿਆ, ਪਰ ਇਹ ਕੀ, ਇੱਕ ਸੋਹਣੇ ਲੰਬੇ ਦਾੜੇ ਵਾਲਾ ਸਿੰਘ ਕੌਣ? ਮੈਂ ਹਾਂ ਧਰਮ ਸਿੰਘ। ਬਸ 4-5 ਸਾਲਾਂ ਤੋਂ ਚੱਲੀ ਆ ਰਹੀ ਕੇਸ ਰੱਖਣ ਦੀ ਤਾਂਘ ਅੱਜ ਮੁਕੰਮਲ ਤੌਰ 'ਤੇ ਜਿੱਤ ਗਈ। ਮੈਂ ਉਸੇ ਵੇਲੇ ਧਰਮ ਸਿੰਘ ਨੂੰ ਆਪਣੇ ਮਨ ਦੀ ਦਸ਼ਾ ਸੁਣਾਈ। ਛੁੱਟੀਆਂ ਖਤਮ ਹੋਈਆਂ, ਮੈਂ ਸਕੂਲ ਚਲਾ ਗਿਆ। ਪਸਰੂਰ ਤੋਂ 6-7 ਮੀਲਾਂ ਦੀ ਵਿੱਥ 'ਤੇ ਇੱਕ ਮੇਲਾ ਲੱਗਿਆ ਕਰਦਾ ਸੀ, ਗੁੱਲੂ ਸ਼ਾਹ ਦਾ। ਉੱਥੇ ਕਲਾਸ ਵਾਲੇ ਦੀ ਸਿੰਘ ਸਭਾ ਵੱਲੋਂ ਦੀਵਾਨ ਸੱਜਿਆ ਕਰਦਾ ਸੀ। ਧਰਮ ਸਿੰਘ ਜੀ ਦੇ ਨਾਲ ਜਾ ਕੇ ਮੈਂ ਉੱਥੇ ਅੰਮ੍ਰਿਤ ਛਕ ਲਿਆ। ਆਪਣਾ 3 ਸਾਲ ਪਹਿਲਾਂ ਦਾ ਚੁਣਿਆ ਹੋਇਆ ਇਹ ਨਾਂ ਉਹਨਾਂ ਤੋਂ ਪ੍ਰਵਾਨ ਕਰਾ ਲਿਆ ਤੇ ਉਸ ਦਿਨ ਤੋਂ ਨਿੱਕੀ ਜਿਹੀ ਬੋਦੀ ਤੋਂ ਕੇਸ ਵਧਣੇ ਸ਼ੁਰੂ ਹੋ ਗਏ। ਸੰਨ 1906 ਦਾ ਸਤੰਬਰ ਮਹੀਨਾ ਸੀ। ਮੈਂ ਅੱਜ ਤੱਕ ਸੋਚਦਾ ਆ ਰਿਹਾ ਹਾਂ, ਇਹ ਕੀ ਹੋਇਆ ਸੀ। ਨਾ ਤੇ ਕਿਤੇ ਮੇਰੀ ਸਿੰਘਾਂ ਨਾਲ ਕੋਈ ਸੰਗਤ ਸੀ, ਨਾ ਹੀ ਸਾਡੇ ਪਿੰਡ ਵਿੱਚ ਸਿੰਘਾਂ ਦੀ ਕੋਈ ਖਾਸ ਵਸੋਂ ਸੀ, ਨਾ ਹੀ ਕਦੇ ਮੈਨੂੰ ਕਿਸੇ ਨੇ ਸਿੰਘ ਬਣਨ ਲਈ ਪ੍ਰੇਰਿਆ ਸੀ। ਮੇਰਾ ਹੁਣ ਤੱਕ ਇਹੀ ਨਿਸ਼ਚਾ ਹੈ ਕਿ ਇਹ ਮੇਰੇ ਪਿਛਲੇ ਸੰਸਕਾਰ ਸਨ, ਜੋ ਉਹਨਾਂ ਇੱਕੜ ਦੁੱਕੜ ਫੌਜੀ ਸਿੰਘਾਂ ਨੂੰ ਵੇਖ ਕੇ ਜਾਗ ਪਏ ਸਨ। ਪਿਛਲੇ ਸੰਸਕਾਰ ਸੰਸਕ੍ਰਿਤ। ਸੰਨ 1906 ਵਿੱਚ ਜਲਸੇ ਕਰਕੇ ਮਜ਼ਹਬੀ ਬਹਿਸਾਂ ਦਾ ਬਹੁਤ ਰਿਵਾਜ ਸੀ। ਪਸਰੂਰ ਸ਼ਹਿਰ ਵਿੱਚ ਬਹੁਤੀ ਵਸੋਂ ਕੱਕੇ-ਜ਼ਈ ਮੁਸਲਮਾਨਾਂ ਦੀ ਸੀ। ਆਰੀਆ ਸਮਾਜ ਦਾ ਵੀ ਉੱਥੇ ਕਾਫੀ ਜ਼ੋਰ ਸੀ। ਸਾਡੇ ਸਕੂਲ ਤੋਂ ਨੇੜੇ ਹੀ ਰਈਆ ਪਸਰੂਰ ਸੜਕ ਉੱਤੇ ਈਸਾਈਆਂ ਦਾ ਵੀ ਬਹੁਤ ਵੱਡਾ ਗੜ੍ਹ ਸੀ। ਇਹਨਾਂ ਤਿੰਨਾਂ ਹੀ ਧਰਮਾਂ ਦੇ ਸਥਾਨਕ ਆਗੂਆਂ ਨੇ ਇੱਕ ਵੱਡੇ ਜਲਸੇ ਦਾ ਪ੍ਰਬੰਧ ਕੀਤਾ। ਉਹ ਜਲਸਾ 3 ਦਿਨ ਜਾਰੀ ਰਿਹਾ। ਬਾਹਰੋਂ ਸਿਆਣੇ ਪ੍ਰਚਾਰਕ ਸੱਦੇ ਗਏ। ਆਰੀਆ ਸਮਾਜ ਦਾ ਪ੍ਰਚਾਰਕ ਆ ਕੇ ਉੱਥੇ 15 ਕੁ ਦਿਨ ਰਿਹਾ। ਹਰ ਰੋਜ਼ ਪਿਛਲੇ ਪਹਿਰ ਆਰੀਆ ਸਮਾਜ ਦੇ ਮੰਦਰ ਵਿੱਚ ਉਹ ਵਖਿਆਨ ਸੁਣਾਇਆ ਕਰਦਾ ਸੀ। ਆਪਣੇ ਭਾਸ਼ਣ ਵਿੱਚ ਉਹ ਸੱਜਣ ਸੰਸਕ੍ਰਿਤ ਦੇ ਸ਼ਲੋਕ ਵੀ ਸੁਣਾਉਂਦਾ ਸੀ। ਅਸੀਂ ਸਕੂਲ ਦੇ ਵਿਦਿਆਰਥੀ ਹਰ ਰੋਜ਼ ਹੀ ਉਹ ਜਲਸਾ ਵੇਖਣ ਜਾਇਆ ਕਰਦੇ ਸਾਂ। ਸੰਸਕ੍ਰਿਤ ਦੀ ਸਾਨੂੰ ਕੀ ਸਮਝ ਆਉਣੀ ਸੀ, ਪਰ ਜਦੋਂ ਉਹ ਸੱਜਣ ਸ਼ਲੋਕ ਸੁਣਾਉਂਦਾ ਸੀ, ਮੇਰੇ ਅੰਦਰ ਕੋਈ ਅਚਰਜ ਧੂ ਪੈਂਦੀ ਸੀ। ਮੈਂ ਉਨੀ ਦਿਨੀ ਸੀਨੀਅਰ ਸਪੈਸ਼ਲ ਜਮਾਤ ਵਿੱਚ ਪੜ੍ਹਦਾ ਸਾਂ। 9ਵੀਂ ਜਮਾਤ ਚੜ੍ਹਨ ਵਿੱਚ 3-4 ਮਹੀਨੇ ਰਹਿ ਗਏ ਸਨ। ਮਿਡਲ ਦੀਆਂ ਜਮਾਤਾਂ ਵਿੱਚ ਮੈਂ ਫਾਰਸੀ ਪੜ੍ਹਦਾ ਰਿਹਾ ਸਾਂ, ਪਰ ਆਰੀਆ ਸਮਾਜ ਦੇ ਉਸ ਪ੍ਰਚਾਰਕ ਪਾਸੋਂ ਸੰਸਕ੍ਰਿਤ ਦੇ ਸ਼ਲੋਕ ਸੁਣ ਕੇ ਅਗਾਂਹ 9ਵੀਂ-10ਵੀਂ ਜਮਾਤ ਵਿੱਚ ਸੰਸਕ੍ਰਿਤ ਦੇ ਪੜ੍ਹਨ ਦਾ ਚਾਅ ਮੇਰੇ ਅੰਦਰ ਪੈਦਾ ਹੋ ਗਿਆ। ਉਂਝ ਜਦੋਂ ਉਹ ਸ਼ਲੋਕ ਸੁਣੇ ਸਨ, ਮੇਰੇ ਭਾਅ ਦੇ ਕੁੱਜੇ ਵਿੱਚ ਰੋੜ ਹੀ ਖੜਕਾਏ ਜਾ ਰਹੇ ਸਨ, ਪਰ ਲੱਗਦੇ ਸਨ ਮੇਰੇ ਕੰਨਾਂ ਨੂੰ ਮਿੱਠੇ। 3 ਸਾਲਾਂ ਦੀ ਪੜ੍ਹਾਈ 3 ਮਹੀਨਿਆਂ ਵਿੱਚ ਕਰਨੀ, ਇਹ ਬੜਾ ਹੀ ਔਖਾ ਕੰਮ ਸੀ। ਮੇਰੇ ਸਭ ਜਮਾਤੀਆਂ ਨੇ ਮੈਨੂੰ ਰੋਕਿਆ, ਪਰ ਮੇਰੇ ਵੱਸ ਦੀ ਗੱਲ ਨਾ ਰਹੀ। ਮੈਂ ਸੰਸਕ੍ਰਿਤ ਪੜ੍ਹਾਉਣ ਵਾਲੇ ਪੰਡਿਤ ਜੀ ਨੂੰ ਜਾ ਮਿਲਿਆ। ਮੇਰਾ ਉਤਸ਼ਾਹ ਵੇਖ ਕੇ ਉਹਨਾਂ ਨੇ ਵੀ ਮੈਨੂੰ ਹੌਸਲਾ ਦਿੱਤਾ। ਦੇਵਨਾਗਰੀ ਲਿਪੀ ਦੇ ਅੱਖਰ ਸਿੱਖ ਕੇ ਦਿਨਾਂ ਵਿੱਚ ਹੀ ਮੈਂ ਲਘੂ ਕੌਮਦੀ ਅਤੇ ਅਮਰਕੋਸ਼ ਨੂੰ ਹੱਥ ਪਾਇਆ। 9ਵੀਂ ਜਮਾਤ ਵਿੱਚ ਫਾਰਸੀ ਦੀ ਥਾਂ ਮੈਂ ਸੰਸਕ੍ਰਿਤ ਲੈ ਲਈ। ਪਹਿਲੇ ਹੀ ਤ੍ਰੈਮਾਸਿਕ ਇਮਤਿਹਾਨ ਵਿੱਚ
ਮੈਂ ਉਹਨਾਂ ਜਮਾਤੀਆਂ ਤੋਂ ਦੂਰ ਅੱਗੇ ਲੰਘ ਗਿਆ ਜਿਹੜੇ 3-3 ਸਾਲ ਸੰਸਕ੍ਰਿਤ ਪੜ੍ਹਦੇ ਆ ਰਹੇ ਸਨ, ਤੇ ਮੇਰੇ ਜੀਵਨ ਘੋਲ ਵਿੱਚ ਸੰਸਕ੍ਰਿਤ ਮੇਰੇ ਬੜੇ ਹੀ ਕੰਮ ਆਈ। ਮੇਰਾ ਅਜੇ ਤੱਕ ਇਹੀ ਯਕੀਨ ਹੈ ਕਿ ਸੰਸਕ੍ਰਿਤ ਦੇ ਸੰਸਕਾਰ ਮੇਰੇ ਅੰਦਰ ਮੌਜੂਦ ਸਨ। ਉਸ ਆਰੀਆ ਸਮਾਜੀ ਪ੍ਰਚਾਰਕ ਪਾਸੋਂ ਸੰਸਕ੍ਰਿਤ ਸੁਣ ਕੇ ਉਹ ਸੰਸਕਾਰ ਜਾਗ ਪਏ ਸਨ। ਇੱਕ ਨਵੇਂ ਢੋਅ ਦੀ ਨੀਂਹ ਬੱਝੀ। ਪਸਰੂਰ ਹਾਈ ਸਕੂਲ ਵਿੱਚ ਮੈਂ 10ਵੀਂ ਜਮਾਤ ਵਿੱਚ ਪੜ੍ਹਦਾ ਸਾਂ। ਸਕੂਲ ਵਿੱਚ ਇੱਕ ਨਵੇਂ ਮਾਸਟਰ ਜੀ ਆਏ। ਸਾਡੇ ਛਮਾਹੀ ਇਮਤਿਹਾਨ ਵਿੱਚ ਉਹਨਾਂ ਨੇ ਸਾਨੂੰ ਜੋਗਰਾਫੀਏ ਭੂਗੋਲ ਵਿਦਿਆ ਦਾ ਪਰਚਾ ਪਾਇਆ। ਮੇਰੀ ਕਾਪੀ ਪੜ੍ਹ ਕੇ ਉਹ ਬਹੁਤ ਹੀ ਖੁਸ਼ ਹੋਏ। ਉਹਨਾਂ ਆਪਣੇ ਸਾਥੀ ਮਾਸਟਰਾਂ ਪਾਸੋਂ ਮੇਰੀ ਬਾਬਤ ਪੁੱਛਣਾ ਸ਼ੁਰੂ ਕੀਤਾ, ਪਰ ਅਜਬ ਤਮਾਸ਼ਾ ਬਣ ਗਿਆ। ਜਿਹੜੇ ਮੁੰਡੇ ਵੱਲ ਉਹ ਉਂਗਲ ਕਰਨ, ਉਸ ਦੇ ਸਿਰ ਉੱਤੇ ਕੇਸ। ਉਹ ਸਿੱਖ, ਤੇ ਜਿਸ ਦੀ ਕਾਪੀ ਉਹਨਾਂ ਦੇ ਹੱਥ ਵਿੱਚ ਫੜੀ ਹੋਈ ਸੀ, ਹਿੰਦੂ ਨਾਂ ਵਾਲਾ। ਕਈ ਦਿਨ ਉਹ ਹੈਰਾਨ ਹੁੰਦੇ ਰਹੇ। ਆਖਰ ਸਾਡੀਆਂ ਇਮਤਿਹਾਨ ਦੀਆਂ ਕਾਪੀਆਂ ਲੈ ਕੇ ਉਹ ਆਪ ਹੀ ਸਾਡੀ ਜਮਾਤ ਵਿੱਚ ਆ ਗਏ। ਸਭ ਤੋਂ ਪਹਿਲਾਂ ਉਹਨਾਂ ਮੇਰਾ ਨਾਂ ਹੀ ਹਿੰਦੂ ਨਾਂ ਬੋਲਿਆ ਤੇ ਮੈਂ ਖਲੋ ਗਿਆ। ਨਾਂ ਦੇ ਭੁਲੇਖੇ ਵਾਲੀ ਗੱਲ ਮੈਂ ਉਹਨਾਂ ਨੂੰ ਦੱਸ ਦਿੱਤੀ ਕਿ ਵਜ਼ੀਫਾ ਖਾਰ ਹੋਣ ਕਰਕੇ ਹੈੱਡਮਾਸਟਰ ਸਾਹਿਬ ਮੇਰਾ ਨਾਂ ਬਦਲਵਾਉਣ ਵਿੱਚ ਔਖਿਆਈ ਮਹਿਸੂਸ ਕਰਦੇ ਸਨ। ਉਸ ਦਿਨ ਤੋਂ ਮੈਨੂੰ ਉਹਨਾਂ ਦੀ ਬੜੀ ਗੂੜ੍ਹੀ ਹਮਦਰਦੀ ਪ੍ਰਾਪਤ ਹੋ ਗਈ। ਇਹ ਸਨ ਪੰਡਿਤ ਵਿਤਸਤਾ ਪ੍ਰਸਾਦ ਜੀ ਫਿਦਾ। ਨਿਆਰਾ ਰਾਖਾ। ਮੈਂ ਪਿੱਛੇ ਦੱਸ ਚੁੱਕਾ ਹਾਂ ਕਿ ਸ਼ਹਿਰ ਪਸਰੂਰ ਵਿੱਚ ਆਰੀਆ ਸਮਾਜ ਦਾ ਕਾਫੀ ਜ਼ੋਰ ਸੀ। ਸਾਡੀ ਜਮਾਤ ਵਿੱਚ ਬਹੁਤੇ ਹਿੰਦੂ ਮੁੰਡੇ ਆਰੀਆ ਸਮਾਜੀ ਹੀ ਸਨ। ਮੈਂ ਉਹਨਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ, ਪਰ ਮੇਰੇ ਨਾਲ ਉਹਨਾਂ ਡੂੰਘਾ ਭਾਈਚਾਰਾ ਪਾਉਣਾ ਸ਼ੁਰੂ ਕਰ ਦਿੱਤਾ। ਹਰ ਹਫ਼ਤੇ ਉਹ ਮੈਨੂੰ ਆਰੀਆ ਸਮਾਜ ਦੇ ਜਲਸੇ ਵਿੱਚ ਲੈ ਜਾਣ ਲੱਗ ਪਏ। ਆਖਰ ਅੰਦਰੋਂ ਅੰਦਰ ਮੇਰਾ ਮਨ ਡੋਲਣ ਲੱਗ ਪਿਆ। ਮੇਰੇ ਅੰਦਰ ਖਿਆਲ ਬਣਨ ਲੱਗ ਪਏ ਕਿ ਸਿੱਖ ਬਣਨ ਨਾਲੋਂ ਆਰੀਆ ਸਮਾਜੀ ਬਣਨਾ ਚੰਗਾ ਸੀ। ਮੈਂ ਤਦੋਂ 10ਵੀਂ ਜਮਾਤ ਵਿੱਚ ਪੜ੍ਹਦਾ ਸਾਂ। ਸੰਨ 1908 ਸੀ। ਚੀਚਕ, ਪਲੇਗ, ਮਲੇਰੀਆ, ਇਨਫਲੂਐਂਜ਼ਾ ਮੇਰੀਆਂ ਅੱਖਾਂ ਦੇ ਸਾਹਮਣੇ ਇਹਨਾਂ ਨੇ ਆਪੋ ਆਪਣੀ ਵਾਰੀ ਪੰਜਾਬ ਵਿੱਚ ਚੰਗੇ ਆਹੂ ਲਾਏ ਸਨ। ਜਿੱਥੇ ਜਿੱਥੇ ਇਹਨਾਂ ਹੱਲਾ ਬੋਲਿਆ, ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ। ਸੰਨ 1908 ਵਿੱਚ ਮਲੇਰੀਏ ਦਾ ਚੱਕਰ ਚੱਲਿਆ। ਪਸਰੂਰ ਵਰਗੇ ਨਿੱਕੇ ਜਿਹੇ ਸ਼ਹਿਰ ਵਿੱਚ ਵੀ 20-20, 25-25 ਮੌਤਾਂ ਰੋਜ਼ ਹੋਣ ਲੱਗ ਪਈਆਂ। ਸਾਡੇ ਸਕੂਲ ਦੇ ਬੋਰਡਿੰਗ ਸਕੂਲ ਵਿੱਚ ਵੀ ਇੱਕ ਸੋਹਣੇ ਜਵਾਨ ਮੁੰਡੇ ਨੂੰ ਮੌਤ ਨੇ ਆ ਦਬੋਚਿਆ। ਸਕੂਲ ਬੰਦ ਹੋ ਗਿਆ। ਅਸੀਂ ਸਭ ਆਪੋ ਆਪਣੇ ਘਰੀਂ ਚਲੇ ਗਏ। ਪਿੰਡ ਪਹੁੰਚ ਕੇ ਮੈਂ ਵੀ ਮਲੇਰੀਏ ਦੇ ਕਾਬੂ ਆ ਗਿਆ। ਕਾਬੂ ਵੀ ਅਜਿਹਾ ਆਇਆ ਕਿ ਖਲਾਸੀ ਹੋਣ ਵਿੱਚ ਆਵੇ ਹੀ ਨਾ। ਸਤੰਬਰ, ਅਕਤੂਬਰ, ਨਵੰਬਰ 3 ਮਹੀਨੇ ਲੰਘ ਗਏ, ਅਜੇ ਵੀ ਮੰਜੇ 'ਤੇ ਹੀ। ਮੈਨੂੰ ਅਜੇ ਤੱਕ ਉਹ ਵੇਲਾ ਚੇਤੇ ਆਉਂਦਾ ਹੈ ਜਦੋਂ ਮੈਂ ਮੰਜੇ 'ਤੇ ਪਿਆ ਆਪਣੇ ਗੁਰੂ ਪਾਤਸ਼ਾਹ ਦਾ ਧੰਨਵਾਦ ਕਰਿਆ ਕਰਦਾ ਸਾਂ ਤੇ ਆਖਦਾ ਸਾਂ, ਸਦਕੇ ਪਾਤਸ਼ਾਹ, ਕੈਸੇ ਅਜਬ ਢੰਗ ਨਾਲ ਤੂੰ ਮੈਨੂੰ ਡਿੱਗਣੋਂ ਬਚਾ ਲਿਆ ਹੈ। ਨਵਾਂ ਹਮਦਰਦ ਉਸਤਾਦ। ਦਸੰਬਰ ਆ ਗਿਆ। ਸਾਡੇ 10ਵੀਂ ਦੇ ਇਮਤਿਹਾਨ ਦੇ ਦਾਖਲੇ ਜਾਣੇ ਸਨ, ਪਰ ਮੈਂ ਅਜੇ ਮੰਜੇ 'ਤੇ ਪਿਆ ਸਾਂ। ਪੰਡਿਤ ਵਿਤਸਤਾ ਪ੍ਰਸਾਦ ਜੀ ਨੇ ਉਚੇਚੇ ਤੌਰ 'ਤੇ ਇੱਕ ਮੁੰਡੇ ਨੂੰ ਸਾਡੇ ਪਿੰਡ ਭੇਜਿਆ। ਮੈਨੂੰ ਬਿਮਾਰ ਨੂੰ ਹੀ ਪਸਰੂਰ ਲਿਆਂਦਾ ਗਿਆ। ਪੰਡਿਤ ਜੀ ਨੇ ਸਰਕਾਰੀ ਹਸਪਤਾਲ ਵਿੱਚੋਂ ਮੇਰਾ ਇਲਾਜ ਕਰਾਇਆ। ਮੇਰਾ ਖਾਣ ਪੀਣ ਸਭ ਕੁਝ ਉਹਨਾਂ ਦੀ ਖਾਸ ਨਿਗਰਾਨੀ ਵਿੱਚ ਹੋ ਰਿਹਾ ਸੀ। 3 ਮਹੀਨਿਆਂ ਦਾ ਪੁਰਾਣਾ ਤਾਪ 1 ਹਫ਼ਤੇ ਵਿੱਚ ਹੀ ਮੇਰੀ ਖਲਾਸੀ ਕਰ ਗਿਆ। ਮੇਰਾ ਦਾਖਲਾ ਵੀ ਭੇਜਿਆ ਗਿਆ। ਜਿਸ ਮਲੇਰੀਏ ਨੇ ਕੜੀ ਵਰਗੇ ਸੋਹਣੇ ਜਵਾਨ ਹਜ਼ਾਰਾਂ ਦੀ ਗਿਣਤੀ ਵਿੱਚ ਮੌਤ ਦੇ ਬੇੜੇ ਚਾੜ੍ਹ ਦਿੱਤੇ ਸਨ, ਰੱਖਣ ਵਾਲੇ ਨੇ ਮੱਖਣ ਵਿੱਚੋਂ ਵਾਲ ਕੱਢਣ ਵਾਂਗ ਮੈਨੂੰ ਉਸ ਦੇ ਕਰੜੇ ਪੰਜੇ ਵਿੱਚੋਂ ਛੁਡਾ ਲਿਆ। ਡੋਲਣ ਤੋਂ ਵੀ ਬਚਾਇਆ ਤੇ ਮੌਤ ਤੋਂ ਵੀ ਬਚਾਇਆ। ਉਂਝ ਸਿਹਤ ਮੇਰੀ ਮੁੱਢ ਤੋਂ ਹੀ ਇਹੋ ਜਿਹੀ ਤੁਰੀ ਆ ਰਹੀ ਹੈ ਕਿ ਮੌਤ ਕਾ ਹਰ ਟੰਗ ਮੇਰਾ ਮਹਿਮਾਨ ਹੈ, ਮੌਤ ਕਾ ਹਰ ਟੰਗ ਮੇਰਾ ਮਹਿਮਾਨ ਹੈ। ਜੀਵਨ ਘੋਲ। ਆਤਮਿਕ ਜੀਵਨ ਦੀਆਂ ਗੱਲਾਂ ਲਾਂਭੇ ਰਹਿਣ ਦੀਏ ਤਾਂ ਵੀ ਇਹ ਜਗਤ ਇੱਕ ਅਖਾੜਾ ਹੈ। ਅਖਾੜਾ ਸਰੀਰਕ ਨਿਰਬਾਹ ਵਾਸਤੇ ਵੀ ਮਾਇਕ ਰੁਕਾਵਟਾਂ ਨਾਲ ਸਾਰੀ ਉਮਰ ਘੁਲਣਾ ਪੈਂਦਾ ਹੈ। ਸਿਆਣੇ ਆਖਦੇ ਹਨ, ਉਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ,
ਜੀਵਨ ਘੋਲ ਦੀਆਂ ਦੌੜਾਂ ਭੱਜਾਂ ਨੂੰ ਉਹ ਕੀ ਜਾਣਨ ਜਿਹੜੇ ਜੰਮਦੇ ਹੀ ਚਾਂਦੀ ਦੇ ਚਮਚਿਆਂ ਨਾਲ ਪਲੇ। ਜੀਵਨ ਦੀਆਂ ਕਦਰਾਂ ਵੀ ਉਹੀ ਜਾਣਦੇ ਹਨ ਜਿਨ੍ਹਾਂ ਨੂੰ ਇਹ ਦੌੜ ਭੱਜ ਕਰਨੀ ਪੈਂਦੀ ਹੈ। ਪਰ ਇਹ ਵੀ ਰੱਬੀ ਖੇਡ ਹੈ ਤੇ ਜੀਵ ਦੀ ਸਮਝ ਤੋਂ ਪਰੇ ਖੇਡ ਹੈ। ਅਜੇ ਮੈਂ 9ਵੀਂ ਜਮਾਤ ਵਿੱਚ ਹੀ ਪੜ੍ਹਦਾ ਸਾਂ, ਸੰਨ 1907 ਵਿੱਚ, ਕਿ ਮੌਤ ਨੇ ਮੇਰੇ ਪਿਓ ਦਾ ਹੱਥ ਸਦਾ ਲਈ ਮੇਰੇ ਸਿਰ ਤੋਂ ਚੁੱਕ ਲਿਆ। ਘਰ ਵਿੱਚ ਗਰੀਬੀ ਮੂੰਹ ਪਾੜ ਪਾੜ ਕੇ ਖਾਣ ਨੂੰ ਪੈਂਦੀ ਸੀ, ਪਰ ਮੇਰਾ ਪਿਓ ਤੁਰਦੀ ਵਾਰ ਇਹ ਆਖ ਗਿਆ ਕਿ ਇਸ ਨੂੰ ਪੜ੍ਹਨੋਂ ਨਾ ਉਠਾਉਣਾ, 10ਵੀਂ ਪਾਸ ਕਰ ਲੈਣ ਦੇਵੋ। ਘਰ ਦੀ ਅੱਤ ਦਰਜੇ ਦੀ ਗਰੀਬੀ ਦਾ ਘੋਲ ਕਰਦੇ ਮੇਰੇ ਛੋਟੇ 2 ਭਰਾ ਹਰ ਮਹੀਨੇ ਮੇਰੇ ਵਾਸਤੇ ਮਹੀਨੇ ਦਾ ਆਟਾ ਆਪਣੇ ਸਿਰਾਂ ਉੱਤੇ ਚੁੱਕ ਕੇ 20 ਮੀਲ ਪੈਂਡਾ ਕਰਿਆ ਕਰਦੇ ਸਨ। ਉਹਨਾਂ ਦੇ ਉਸ ਵੇਲੇ ਦੇ ਮਾਸੂਮ ਚਿਹਰੇ ਅਜੇ ਤੱਕ ਮੇਰੀਆਂ ਅੱਖਾਂ ਅੱਗੇ ਆ ਜਾਂਦੇ ਹਨ। ਪਿਓ ਮੇਰਾ ਕਾਹਦਾ ਮਰਿਆ, ਅਸਲ ਵਿੱਚ ਉਹਨਾਂ ਦਾ ਮਰਿਆ ਸੀ। 10ਵੀਂ ਪਾਸ ਕਰ ਲਈ। ਪਾਸ ਕਰਦਿਆਂ ਹੀ ਮੇਰੇ ਲਈ ਦੁੱਖਾਂ ਦੀ ਲੰਮੀ ਕਹਾਣੀ ਸ਼ੁਰੂ ਹੋ ਗਈ। ਨੌਕਰੀ ਵਾਸਤੇ ਬੜੇ ਹੱਥ ਪੈਰ ਮਾਰੇ, ਪਰ ਕਿਤੇ ਵੀ ਨਹੁੰ ਨਾ ਅੜਿਆ। ਨਹੁੰ ਅੜੇ ਵੀ ਕਿਵੇਂ? ਮੇਰਾ ਰਾਜ਼ਕ ਮੈਨੂੰ ਹੋਰ ਪਾਸੇ ਲੈ ਜਾਣਾ ਚਾਹੁੰਦਾ ਸੀ। ਦਸੰਬਰ 1910 ਵਿੱਚ ਮੈਨੂੰ ਆਪਣੇ ਹੀ ਪਿੰਡ ਦੇ ਕੋਲ ਡਾਕਖਾਨੇ ਵਿੱਚ ਕਲਰਕ ਦੀ ਨੌਕਰੀ ਮਿਲ ਗਈ। ਪਰ ਅਜੇ 5-6 ਮਹੀਨੇ ਹੀ ਲੰਘੇ ਸਨ ਕਿ ਗੁਆਂਢੀ ਪਿੰਡਾਂ ਦਾ ਆਪਣਾ ਇੱਕ ਪੁਰਾਣਾ ਜਮਾਤੀ ਆ ਮਿਲਿਆ ਜੋ FA ਦਾ ਇਮਤਿਹਾਨ ਦੇ ਕੇ ਆਇਆ ਸੀ। ਉਸਨੇ ਕਾਲਜ ਦੀ ਜ਼ਿੰਦਗੀ ਦੇ ਅਜਿਹੇ ਸਬਜ਼ ਬਾਗ ਵਿਖਾਏ ਕਿ ਮੇਰਾ ਮਨ ਕਾਲਜ ਹੀ ਕੂਕਣ ਲੱਗ ਪਿਆ। ਕਲਰਕੀ ਤੋਂ ਪ੍ਰੋਫੈਸਰੀ ਦੇ ਸੁਪਨੇ ਲੈਣ ਲੱਗ ਪਿਆ, ਪਰ ਪੱਲੇ ਨਾ ਧੇਲਾ ਤੇ ਘਰ ਦੀ ਮੇਲਾ। ਪਸਰੂਰ ਵਾਲਾ ਪੁਰਾਣਾ ਹਮਦਰਦ ਪੰਡਤ ਵਿਤਸਤਾ ਪ੍ਰਸਾਦ ਚੇਤੇ ਆ ਗਿਆ। ਉਸ ਵੇਲੇ ਉਹ ਦਿਆਲ ਸਿੰਘ ਹਾਈ ਸਕੂਲ ਲਾਹੌਰ ਵਿੱਚ ਅਧਿਆਪਕ ਸੀ। ਉਸ ਨੂੰ ਇੱਕ ਲੰਮੀ ਦਰਦ ਭਰੀ ਚਿੱਠੀ ਲਿਖ ਮਾਰੀ। ਦਰਦਾਂ ਦੀਆਂ ਚਿੱਠੀਆਂ ਵੀ ਅਣਿਆਲੇ ਤੀਰ ਹੋਇਆ ਕਰਦੀਆਂ ਹਨ। ਪਹਿਲੀ ਹੀ ਚਿੱਠੀ ਨੇ ਪੰਡਤ ਜੀ ਦੇ ਪਿਆਰ ਭਰੇ ਹਿਰਦੇ ਨੂੰ ਜਾ ਵਿੰਨ੍ਹਿਆ ਤੇ ਸਤੰਬਰ 1911 ਵਿੱਚ ਮੈਂ ਦਿਆਲ ਸਿੰਘ ਕਾਲਜ ਲਾਹੌਰ ਦਾ ਫਸਟ ਈਅਰ ਦਾ ਵਿਦਿਆਰਥੀ ਬਣ ਗਿਆ। ਅਗੰਮੀ ਮਦਦਾਂ। ਕਾਲਜ ਵਿੱਚ ਪੈਰ ਪਾਉਂਦਿਆਂ ਹੀ ਮੈਨੂੰ ਆਪਣੇ ਜੀਵਨ ਘਾੜੇ ਦੀਆਂ ਕਰਾਮਾਤਾਂ ਇੱਕ ਇੱਕ ਕਰਕੇ ਦਿਸਣ ਲੱਗ ਪਈਆਂ। ਉਸ ਦੀ ਅਗੰਮੀ ਮਦਦ ਕਈ ਤਰੀਕਿਆਂ ਨਾਲ ਮੈਨੂੰ ਮਿਲਣ ਲੱਗ ਪਈ, ਜਿਵੇਂ ਕਿ ਇਹ ਸਭ ਪ੍ਰਬੰਧ ਪਹਿਲਾਂ ਹੀ ਹੋਏ ਪਏ ਸਨ। ਆਗੂੜਾ। FA ਵਿੱਚ ਮੈਂ ਅੰਗਰੇਜ਼ੀ, ਹਿਸਾਬ, ਸੰਸਕ੍ਰਿਤ ਅਤੇ ਫਿਲਾਸਫੀ ਇਹ 4 ਮਜ਼ਮੂਨ ਲਏ ਸਨ। ਫਿਲਾਸਫੀ ਦੀ ਜਮਾਤ ਵਿੱਚ ਪਹਿਲੇ ਦਿਨ ਗਿਆ। ਪ੍ਰੋਫੈਸਰ ਨੇ ਕਿਹਾ ਕਿ ਜੇ ਕੋਈ ਨਵਾਂ ਵਿਦਿਆਰਥੀ ਆਇਆ ਹੈ ਤਾਂ ਆਪਣਾ ਨਾਂ ਲਿਖਾ ਦੇਵੇ। ਮੈਂ ਉੱਠ ਕੇ ਆਪਣਾ ਨਾਮ ਬੋਲਿਆ। ਬੈਂਚ 'ਤੇ ਮੇਰੇ ਬੈਠਦਿਆਂ ਹੀ ਮੇਰੇ ਨਾਲ ਬੈਠੇ ਨੇ ਮੈਨੂੰ ਜੱਫੀ ਵਿੱਚ ਲੈ ਕੇ ਹੌਲੇ ਜਿਹੇ ਆਖਿਆ, ਸਾਹਿਬ ਸਿੰਘ। ਮੈਂ ਉਸ ਵੱਲ ਤੱਕਿਆ। ਮੇਰੇ ਲੂੰ ਕੰਡੇ ਹੋ ਗਏ ਖੁਸ਼ੀ ਨਾਲ। ਹੈਰਾਨ ਜਿਹਾ ਹੋ ਕੇ ਮੈਂ ਵੀ ਬੋਲ ਪਿਆ, ਹਰਦਿਆਲ ਸਿੰਘ। ਇਹ ਮੇਰਾ ਪੁਰਾਣਾ ਮਿੱਤਰ ਸੀ। ਨਕਈ ਖਾਨਦਾਨ ਦੇ ਇਸ ਲਾਲ ਦਾ ਪਿਤਾ ਸਾਡੀ ਰਈਆ ਤਹਿਸੀਲ ਵਿੱਚ ਤਹਿਸੀਲਦਾਰ ਰਹਿ ਚੁੱਕਾ ਸੀ। ਫਿਲਾਸਫੀ ਦੀ ਘੰਟੀ ਖਤਮ ਹੋਈ। ਬਾਹਰ ਆ ਕੇ ਮੈਂ ਉਸਨੂੰ ਆਪਣੀ 4 ਸਾਲਾਂ ਦੀ ਦਰਦ ਕਹਾਣੀ ਸੁਣਾਈ। ਅਸੀਂ ਹੋਸਟਲ ਦੇ ਇੱਕੋ ਕਮਰੇ ਵਿੱਚ 2 ਹੋਰ ਸਾਥੀਆਂ ਸਮੇਤ ਰਹਿਣ ਲੱਗ ਪਏ। ਜਦੋਂ ਹਰਦਿਆਲ ਸਿੰਘ ਨੂੰ ਖਰਚ ਆਉਂਦਾ ਸੀ, ਮੈਨੂੰ ਵੀ 5 ਰੁਪਏ ਮਹੀਨਾ ਆਉਣ ਲੱਗ ਪਿਆ। ਭਾਗੜਾ। ਮੇਰੇ 10ਵੀਂ ਜਮਾਤ ਵਾਲੇ ਸਰਟੀਫਿਕੇਟ ਉੱਤੇ ਮੇਰਾ ਪੁਰਾਣਾ ਹਿੰਦੂ ਨਾਂ ਲਿਖਿਆ ਹੋਇਆ ਸੀ। ਕਾਲਜ ਦਾ ਪ੍ਰਿੰਸੀਪਲ ਸੀ ਇੱਕ ਅਮਰਹੱਟਾ ਸ੍ਰੀ ਵੇਲੰਕਾਰ, ਬੜੇ ਪਿਆਰ ਭਰੇ ਦਿਲ ਵਾਲਾ। ਨਾਂ ਦੀ ਤਬਦੀਲੀ ਵਾਸਤੇ ਦਰਖਾਸਤ ਲਿਖ ਕੇ ਮੈਂ ਉਸ ਦੇ ਦਫ਼ਤਰ ਵਿੱਚ ਗਿਆ। ਉਸ ਨੇ ਮੈਨੂੰ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਉੱਤਰ ਦਿੰਦਿਆਂ ਮੇਰੀ ਅਤ ਗਰੀਬੀ ਦੀ ਦਰਦ ਕਹਾਣੀ ਦਾ ਉਸ ਨੂੰ ਵੀ ਪਤਾ ਲੱਗ ਗਿਆ ਤੇ ਉਸ ਨੇ ਮੈਨੂੰ ਚੀਫ ਖਾਲਸਾ ਦੀਵਾਨ ਪਾਸੋਂ 1 ਸਾਲ ਵਾਸਤੇ 5 ਰੁਪਏ ਮਹੀਨਾ ਵਜ਼ੀਫਾ ਦਿਵਾ ਦਿੱਤਾ। ਭਾਗੀੜੇ। ਸ਼ਾਇਦ ਮੇਰੇ ਵਰਗਾ ਇਤਨਾ ਗਰੀਬ ਹੋਰ ਕੋਈ ਵੀ ਵਿਦਿਆਰਥੀ ਨਹੀਂ ਸੀ। ਨੌਕਰੀ ਭਾਵੇਂ 20 ਰੁਪਏ ਮਹੀਨੇ ਦੀ ਸੀ, ਪਰ ਹੈ ਸੀ ਤਾਂ ਸਰਕਾਰੀ ਨੌਕਰੀ। ਉਹ ਸਰਕਾਰੀ ਨੌਕਰੀ ਛੱਡ ਕੇ ਨਿਰੋਲ ਰੱਬ ਆਸਰੇ ਕਾਲਜ ਵਿੱਚ ਪੜ੍ਹਨ ਲਈ ਆ ਜਾਣਾ। ਜਿਸ ਸਾਥੀ ਜਮਾਤੀ ਨੂੰ ਕੰਨੋ ਕੰਨ ਇਹ ਪਤਾ ਲੱਗਦਾ ਸੀ, ਉਹ ਮੇਰੀ ਇਸ ਦਲੇਰੀ 'ਤੇ ਹੈਰਾਨ ਹੁੰਦਾ ਸੀ। ਮੇਰਾ ਇੱਕ ਜਮਾਤੀ ਸੀ ਭਗਤ ਜਸਵੰਤ ਸਿੰਘ। ਕਿਤੇ ਉਸ ਨੂੰ ਵੀ ਪਤਾ ਲੱਗ ਗਿਆ। ਉਹ ਆਪਣੇ ਆਪ ਹੀ ਆ ਗਿਆ ਸਿੱਧਾ ਸਰਦਾਰ ਮੇਹਰ ਸਿੰਘ ਚਾਵਲੇ ਪਾਸ।
ਉਸ ਦੀ ਰਾਹੀਂ ਸਰਦਾਰ ਭਾਈ ਦਾਨ ਸਿੰਘ ਜੀ ਨੇ 15 ਰੁਪਏ ਦਾ ਵਜ਼ੀਫਾ ਮੈਡੀਕਲ ਸਕੂਲ ਲਾਹੌਰ ਦੇ ਇੱਕ ਵਿਦਿਆਰਥੀ ਨੂੰ ਦੇਣ ਦਾ ਫੈਸਲਾ ਅਜੇ ਕੀਤਾ ਹੀ ਸੀ। ਭਗਤ ਜਸਵੰਤ ਸਿੰਘ ਨੇ ਉਸ ਰੁਪਏ ਦੇ 2 ਹਿੱਸੇ ਕਰਾ ਕੇ 7.5 ਰੁਪਏ ਦਾ ਵਜ਼ੀਫਾ ਮੈਨੂੰ ਦਵਾ ਦਿੱਤਾ। ਕਾਲਜੋਂ ਆ ਕੇ ਮੈਂ ਆਪਣੇ ਕਮਰੇ ਦਾ ਬੂਹਾ ਖੋਲ੍ਹਿਆ। ਸਰਦਾਰ ਦਾਨ ਸਿੰਘ ਦੀ ਚਿੱਠੀ ਆਈ ਪਈ ਸੀ। ਇਹ ਸਰਦਾਰ ਜੀ ਭਾਈ ਵਸਤੀ ਰਾਮ ਜੀ ਦੇ ਪ੍ਰਸਿੱਧ ਖਾਨਦਾਨ ਵਿੱਚੋਂ ਸਨ। ਭਾਗ ਸੱਸਾ। ਫਸਟ ਈਅਰ ਦੇ ਸਾਲਾਨਾ ਇਮਤਿਹਾਨ ਵਿੱਚ ਮੈਂ ਜਮਾਤ ਵਿੱਚੋਂ ਅਵਲ ਰਿਹਾ। ਅਗਲੇ ਸਾਲ ਵਾਸਤੇ ਮੈਨੂੰ 8 ਰੁਪਏ ਮਹੀਨਾ ਵਜ਼ੀਫਾ ਮਿਲ ਗਿਆ। ਜੇ ਇਹ ਸਾਰੇ ਸਬੱਬ ਹੀ ਬਣਦੇ ਗਏ ਸਨ ਤਾਂ ਵੀ ਮੇਰਾ ਅਜੇ ਤੱਕ ਇਹੀ ਯਕੀਨ ਹੈ ਕਿ ਇਹ ਸਾਰੇ ਸਬੱਬ ਮੇਰੇ ਪਾਤਸ਼ਾਹ ਨੇ ਆਪ ਬਣਾਏ ਸਨ। ਐਫਏ ਦੇ ਯੂਨੀਵਰਸਿਟੀ ਇਮਤਿਹਾਨ ਵਿੱਚ ਮੈਂ ਚੌਥੇ ਦਰਜੇ 'ਤੇ ਆਇਆ। ਮੈਨੂੰ ਵਜ਼ੀਫਾ ਮਿਲ ਗਿਆ। 10 ਰੁਪਏ ਮਹੀਨਾ ਨਗਦ ਅਤੇ ਕਾਲਜ ਦੀ ਫੀਸ। BA ਵਿੱਚ ਪੜ੍ਹਨ ਵਾਸਤੇ ਸਰਦਾਰ ਦਾਨ ਸਿੰਘ ਜੀ ਨੇ ਮੇਰਾ ਵਜ਼ੀਫਾ 10 ਰੁਪਏ ਮਹੀਨਾ ਕਰ ਦਿੱਤਾ। ਸਰਦਾਰ ਹਰਦਿਆਲ ਸਿੰਘ ਨੇ ਵੀ ਮੈਨੂੰ 10 ਰੁਪਏ ਦੇਣੇ ਸ਼ੁਰੂ ਕਰ ਦਿੱਤੇ ਤੇ ਮੈਂ ਗਵਰਨਮੈਂਟ ਕਾਲਜ ਵਿੱਚ ਦਾਖਲ ਹੋ ਗਿਆ। ਇੱਕ ਅਨੋਖੀ ਕੰਨ ਖਿੱਚ। ਗਵਰਨਮੈਂਟ ਕਾਲਜ ਵਿੱਚ ਦਾਖਲ ਹੋਣ ਤੋਂ 3-4 ਦਿਨ ਪਹਿਲਾਂ ਮੈਨੂੰ ਇੱਕ ਅਨੋਖੀ ਟੀਚਰ ਹੋਈ ਜਿਸ ਨੇ ਸਾਰੀ ਉਮਰ ਮੇਰੇ ਜੀਵਨ ਉੱਤੇ ਅਸਰ ਪਾਈ ਰੱਖਿਆ। ਗਰਮੀ ਦੀਆਂ ਛੁੱਟੀਆਂ ਤੋਂ ਪਿੱਛੋਂ ਕਾਲਜ ਖੁੱਲ੍ਹਣ ਵਾਲੇ ਸਨ। ਸਾਡੇ ਪਿੰਡ ਦੇ ਨੇੜੇ ਪਿੰਡ ਦਾ ਇੱਕ ਮੁੰਡਾ ਗਵਰਨਮੈਂਟ ਕਾਲਜ ਵਿੱਚ ਪੜ੍ਹਦਾ ਸੀ। ਘਰੋਂ ਉਹ ਚੰਗੇ ਰੱਜੇ ਪੁੱਜੇ ਸਨ, ਚੋਖੀ ਪੋਇੰ ਦੇ ਮਾਲਕ ਸਨ। ਇੱਕ ਦਿਨ ਉਹ ਮੈਨੂੰ ਤਸੀਲੇ ਮਿਲ ਪਿਆ। ਉਸ ਦੇ ਨਾਲ ਉਸ ਦਾ ਪਿਤਾ ਅਤੇ 2-3 ਹੋਰ ਬੰਦੇ ਸਨ। ਮੈਂ ਉਸ ਨੂੰ ਪੁੱਛਿਆ, ਤੁਸਾਂ ਲਾਹੌਰ ਕਦੋਂ ਜਾਣਾ ਹੈ? ਉੱਤਰ ਦਿੱਤੋ ਉਸ, ਮੈਨੂੰ ਇਹ ਪੁੱਛਣ ਦੀ ਕਿਉਂ ਲੋੜ ਪਈ ਹੈ? ਮੈਂ ਦੱਸਿਆ ਕਿ ਮੈਂ ਵੀ ਗਵਰਨਮੈਂਟ ਕਾਲਜ ਵਿੱਚ ਦਾਖਲ ਹੋਣ ਲੱਗਾ ਹਾਂ। ਇਹ ਸੁਣ ਕੇ ਉਸ ਨੇ ਚੋਖਾ ਨੱਕ ਵੱਟਿਆ ਤੇ ਆਖਣ ਲੱਗਾ, ਹੂੰ, ਸ਼ਕਲ ਤਾਂ ਵੇਖ ਗਵਰਨਮੈਂਟ ਕਾਲਜ ਵਿੱਚ ਦਾਖਲ ਹੋਣ ਵਾਲੇ ਦੀ। ਉੱਥੇ ਮੁੰਡੇ ਇੱਕ ਦਿਨ ਵਿੱਚ 10-10 ਕੋਟ ਬਦਲਦੇ ਹਨ ਤੇ ਤੂੰ ਇੱਕੋ ਕੋਟ 10 ਸਾਲ ਪਾਉਂਦੇ ਰਹਿਣਾ ਹੈ। ਮੈਨੂੰ ਇਸ ਟੀਚਰ ਨਾਲ ਕੋਈ ਚੋਭ ਨਾ ਲੱਗੀ। ਉਹ ਗਰੀਬ ਕਾਹਦਾ ਜਿਸ ਨੂੰ ਰੱਜੇ ਪੁੱਜੇ ਲੋਕ ਦੁਰੇ ਨਾ ਕਰਨ। ਮੈਂ ਸਿਰਫ ਇਹੀ ਉੱਤਰ ਦਿੱਤਾ, ਸਰਦਾਰ ਜੀ, ਉੱਥੇ ਮੈਂ ਸਿਰਫ ਪੜ੍ਹਨ ਜਾਣਾ ਹੈ, ਕੋਟ ਪਾਉਣ ਦੀ ਜਾਚ ਸਿੱਖਣ ਨਹੀਂ ਜਾਣਾ। ਉਹ ਟੀਚਰ ਮੈਨੂੰ ਬਹੁਤ ਹੀ ਲਾਭਦਾਇਕ ਰਹੀ। ਕਾਲਜ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਮੈਨੂੰ ਇਹ ਸਮਝ ਆ ਗਈ ਕਿ ਉਸ ਕਾਲਜ ਦੇ ਵਿਦਿਆਰਥੀਆਂ ਨਾਲ ਮੈਂ ਬਹੁਤਾ ਮੇਲ ਜੋਲ ਨਹੀਂ ਰੱਖਣਾ। ਉੱਥੇ ਮੈਂ 2 ਸਾਲ ਪੜ੍ਹਦਾ ਰਿਹਾ। ਇਤਨੇ ਸਮੇਂ ਵਿੱਚ ਮੇਰੀ ਜਾਣ ਪਛਾਣ ਸਿਰਫ 4-5 ਉਹਨਾਂ ਸਿੱਖ ਮੁੰਡਿਆਂ ਨਾਲ ਹੀ ਬਣੀ ਰਹੀ ਜਿਹੜੇ ਦਿਆਲ ਸਿੰਘ ਕਾਲਜ ਵਿੱਚੋਂ ਹੀ ਮੇਰੇ ਨਾਲ ਆਏ ਸਨ, ਜਾਂ BA ਦੀਆਂ ਜਮਾਤਾਂ ਵਿੱਚ ਸੰਸਕ੍ਰਿਤ ਪੜ੍ਹਨ ਵਾਲਿਆਂ ਨਾਲ। ਤੇ ਇਸ ਤਰ੍ਹਾਂ ਮੈਨੂੰ ਕਿਸੇ ਰੱਜੇ ਪੁੱਜੇ ਪਾਸੋਂ ਉਹੋ ਜਿਹੀ ਟੀਚਰ ਕਰਾਉਣ ਦਾ ਮੁੜ ਕੋਈ ਅਵਸਰ ਨਾ ਹੋਇਆ। ਕਾਰਾਂ ਉੱਤੇ ਚੜ੍ਹਨ ਦੀ ਤਾਂਘ ਮੇਰੇ ਅੰਦਰ ਪੈਦਾ ਨਹੀਂ ਹੋ ਸਕਦੀ, ਪਰ ਮੈਂ ਦੂਜਿਆਂ ਦੀਆਂ ਭੂੰ-ਭੂੰ ਕਰਦੀਆਂ ਲੰਘਦੀਆਂ ਕਾਰਾਂ ਦਾ ਘੱਟਾ ਵੀ ਕਿਉਂ ਫੱਕਾਂ। ਮੈਂ ਪਰੇ ਹੀ ਰਹਿੰਦਾ ਆ ਰਿਹਾ ਹਾਂ। ਜੀਵਨ ਪੰਧ ਦਾ ਨਵਾਂ ਮੋੜ। ਗਵਰਨਮੈਂਟ ਕਾਲਜ ਦੇ ਸੰਸਕ੍ਰਿਤ ਪ੍ਰੋਫੈਸਰ ਸ੍ਰੀ ਗੁਲਬਹਾਰ ਸਿੰਘ ਜੀ BA ਦੀਆਂ ਦੋਹਾਂ 13ਵੀਂ ਤੇ 14ਵੀਂ ਜਮਾਤਾਂ ਨੂੰ ਇਕੱਠਿਆਂ ਹੀ ਪੜ੍ਹਾਉਂਦੇ ਸਨ। ਥੋੜ੍ਹੇ ਹੀ ਦਿਨਾਂ ਵਿੱਚ ਪ੍ਰੋਫੈਸਰ ਜੀ ਨੂੰ ਅਤੇ ਸਾਰੇ ਵਿਦਿਆਰਥੀਆਂ ਨੂੰ ਮੇਰੀਆਂ ਸੰਸਕ੍ਰਿਤ ਵੱਲ ਦੀਆਂ ਰੁਚੀਆਂ ਦਾ ਪਤਾ ਲੱਗ ਗਿਆ। ਦਸੰਬਰ ਵਿੱਚ ਪਹਿਲਾ ਛਿਮਾਹੀ ਇਮਤਿਹਾਨ ਹੋਣਾ ਸੀ। 14ਵੀਂ ਜਮਾਤ ਦੇ ਵਿਦਿਆਰਥੀਆਂ ਨੇ ਪ੍ਰੋਫੈਸਰ ਜੀ ਨੂੰ ਬੇਨਤੀ ਕੀਤੀ ਕਿ ਦੋਹਾਂ ਜਮਾਤਾਂ ਦਾ ਇਮਤਿਹਾਨ ਦਾ ਪਰਚਾ ਵੱਖ-ਵੱਖ ਬਣੇ, ਪਰ ਉਹਨਾਂ ਨਾ ਕਰ ਦਿੱਤੀ। ਉਹਨਾਂ ਵਿਦਿਆਰਥੀਆਂ ਦੀ ਘਬਰਾਹਟ ਆਖਰ ਠੀਕ ਹੀ ਨਿਕਲੀ। ਉਹ ਵਿਚਾਰੇ ਮੈਥੋਂ ਬਹੁਤ ਹੀ ਪਿਛਾਂਹ ਰਹਿ ਗਏ। ਪ੍ਰੋਫੈਸਰ ਸਾਹਿਬ ਮੇਰੇ ਉੱਤੇ ਬਹੁਤ ਖੁਸ਼ ਹੋਏ। ਮੇਰੀ ਗਰੀਬੀ ਦੀ ਹਾਲਤ ਦਾ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਪਤਾ ਲੱਗ ਚੁੱਕਾ ਸੀ। ਉਹਨਾਂ ਮੈਨੂੰ ਬਹੁਤ ਹੌਸਲਾ ਦਿੱਤਾ। ਆਖਿਆ, ਅਸੀਂ ਤੈਨੂੰ MA ਵਿੱਚ ਪੜ੍ਹਨ ਵਾਸਤੇ 25 ਰੁਪਏ ਮਹੀਨਾ ਖਰਚ ਆਪਣੇ ਪਾਸੋਂ ਦੇਵਾਂਗੇ। ਸਿਰਫ 1 ਸਾਲ ਵਿੱਚ ਤੂੰ MA ਕਰ ਲਏਗਾ। ਤਦੋਂ 2 ਸਾਲਾਂ ਦੀ ਸ਼ਰਤ ਨਹੀਂ ਸੀ ਤੇ ਇੱਥੇ ਗਵਰਨਮੈਂਟ ਕਾਲਜ ਵਿੱਚ ਹੀ ਤੈਨੂੰ ਆਪਣੇ ਨਾਲ ਲਾ ਲਵਾਂਗਾ। ਸੋ ਡਾਕਖਾਨੇ ਦੀ ਕਲਰਕੀ ਤੋਂ ਪ੍ਰੋਫੈਸਰੀ ਵਾਲੇ ਸੁਪਨੇ ਠੀਕ ਹੁੰਦੇ ਨਜ਼ਰ ਆਉਣ ਲੱਗ ਪਏ। ਗਰਮੀਆਂ ਦੀਆਂ ਛੁੱਟੀਆਂ ਵਿੱਚ ਮੈਂ ਆਪਣੇ ਪਿੰਡ ਆਇਆ ਹੋਇਆ ਸਾਂ। ਇੱਕ ਦਿਨ ਸਵੇਰ ਵੇਲੇ ਹੀ ਇੱਕ ਮੁੰਡਾ ਸਾਡੀ ਹੱਟੀ ਤੋਂ ਸੌਦਾ ਲੈਣ ਆ ਗਿਆ, ਪਰ ਉਧਾਰ ਹੀ।
ਪਿੰਡਾਂ ਦੇ ਗਰੀਬ ਹਟਵਾਣੀਏ ਇਸ ਗੱਲੋਂ ਬੜੇ ਭਰਮੀ ਹੁੰਦੇ ਹਨ। ਸਵੇਰ ਦੇ ਪਹਿਰ ਬੋਹਣੀ ਬੜੀ ਜ਼ਰੂਰੀ ਸਮਝਦੇ ਹਨ। ਮੇਰੇ ਭਰਾ ਨੇ ਸੌਦਾ ਦੇਣ ਤੋਂ ਨਾਂਹ ਕਰ ਦਿੱਤੀ, ਪਰ ਉਹ ਮੁੰਡਾ ਸੀ ਕਿ ਇੱਕ ਰਿਟਾਇਰ ਹੋਏ ਸਟੇਸ਼ਨ ਮਾਸਟਰ ਦਾ, ਜਿਸ ਦੇ ਅਸੀਂ ਕਰਜ਼ਾਈ ਵੀ ਸਾਂ। ਮੁੰਡੇ ਦੇ ਘਰ ਪਹੁੰਚਣ ਦੀ ਦੇਰ ਸੀ ਕਿ ਉਹ ਸੱਜਣ ਲੋਹਾ ਲਾਖਾ ਹੋਇਆ ਆ ਪਹੁੰਚਿਆ। ਗਰੀਬ ਹਟਵਾਣੀਏ ਵਿਚਾਰੇ, ਛੋਟੀ ਉਮਰ ਦੇ ਮੁੰਡੇ, ਤੇ ਉਹ ਵੀ ਉਸ ਦੇ ਕਰਜ਼ਾਈ। ਉਸ ਪਾਸੋਂ ਜੋ ਸਾਰਾ ਹੀ ਉਸਨੇ ਗਾਲਾਂ ਕੱਢਣ ਵਿੱਚ ਕੋਈ ਕਸਰ ਨਾ ਛੱਡੀ ਤੇ ਅਖੀਰ ਇਹ ਵੀ ਧੌਂਸ ਦਿੱਤੀ ਕਿ ਤੁਸਾਂ ਮੇਰੇ ਕਰਜ਼ੇ ਵਾਲੀ ਰਕਮ ਵਿੱਚੋਂ ਬੋਹਣੀ ਕਰ ਲੈਣੀ ਸੀ। ਉਸ ਵੇਲੇ ਉੱਥੇ ਮੈਂ ਵੀ ਬੈਠਾ ਹੋਇਆ ਸਾਂ ਤੇ ਸਾਡੇ ਭਣਵਈਏ ਦਾ ਵੱਡਾ ਭਰਾ ਵੀ ਬੈਠਾ ਸੀ, ਜੋ ਸਾਨੂੰ ਮਿਲਣ ਆਇਆ ਹੋਇਆ ਸੀ। ਕਾਲਜ ਦੀ ਪ੍ਰੋਫੈਸਰੀ ਵਾਲਾ ਮੇਰਾ ਸੁਪਨਾ ਟੁੱਟ ਗਿਆ। ਇੱਕੋ ਹੀ ਸ਼ਾਹ ਦੇ ਇਸ ਸਲੂਕ ਨੇ ਮੇਰੀ ਬਾਗੀ ਰੂਹ ਨੂੰ ਜਗਾ ਦਿੱਤਾ। ਕਰਜ਼ਾਈ ਕੀ ਤੇ ਆਦਰ ਸਤਿਕਾਰ ਕੀ। ਮੈਂ ਮਨ ਵਿੱਚ ਫੈਸਲਾ ਕਰ ਲਿਆ ਕਿ BA ਕਰਦਿਆਂ ਹੀ ਪਹਿਲਾਂ ਕਰਜ਼ੇ ਦੀ ਪੰਡ ਉਤਾਰਨੀ ਹੈ। ਪ੍ਰੋਫੈਸਰ ਜੀ ਦਾ ਮੈਂ ਬੜਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਆਪਣੀਆਂ ਮਜਬੂਰੀਆਂ ਦੱਸੀਆਂ। ਸੰਸਕ੍ਰਿਤ ਦੀ ਪ੍ਰੋਫੈਸਰੀ ਵਾਲੇ ਨਵੇਂ ਮੋੜ ਤੋਂ ਮੈਨੂੰ ਇੱਕੋ ਹੀ ਨਿੱਕੇ ਜਿਹੇ ਠੇਡੇ ਨਾਲ ਬਚਾ ਲਿਆ ਗਿਆ। ਮੇਰੇ ਵਾਸਤੇ ਇੱਕ ਹੋਰ ਅਤ ਕੀਮਤੀ ਖਜ਼ਾਨਾ ਰੱਖਿਆ ਪਿਆ ਸੀ ਤੇ ਕਾਲਜ ਦੀ ਪ੍ਰੋਫੈਸਰੀ ਵੀ। ਮੇਰੀ ਜੀਵਨ ਕਹਾਣੀ ਨੇ ਇਹੀ ਨਿਸ਼ਚਾ ਮੇਰੇ ਅੰਦਰ ਪੈਦਾ ਕਰ ਦਿੱਤਾ ਹੋਇਆ ਹੈ। ਸੰਨ 1915 ਵਿੱਚ BA ਪਾਸ ਕਰਦਿਆਂ ਮੈਨੂੰ ਪੰਥ ਦੇ ਪ੍ਰਸਿੱਧ ਗੁਰਮੁਖ ਰਾਗੀ ਭਾਈ ਹੀਰਾ ਸਿੰਘ ਜੀ ਦੇ ਚਲਾਏ ਹੋਏ ਖਾਲਸਾ ਹਾਈ ਸਕੂਲ ਫਰੂਕਾ ਵਿੱਚ ਥਾਂ ਮਿਲ ਗਈ ਤੇ ਪੌਣੇ 2 ਸਾਲਾਂ ਵਿੱਚ ਕਰਜ਼ੇ ਦੀ ਪੰਡ ਮੇਰੇ ਸਿਰ ਤੋਂ ਲੈ ਕੇ ਉਹ ਜਾ ਪਈ। ਇੱਕ ਅਜੀਬ ਸੁਪਨਾ। ਸਕੂਲ ਦੇ ਵਾਤਾਵਰਣ ਵਿੱਚ ਮੈਨੂੰ ਕਾਲਜੀ ਪ੍ਰੋਫੈਸਰੀ ਵਾਲੀਆਂ ਆਸਾਂ ਭੁੱਲ ਭੱਲ ਗਈਆਂ। ਜਿਤਨਾ ਗੁੜ ਪਾਇਆ ਉਤਨਾ ਹੀ ਮਿੱਠਾ ਹੋਣਾ ਸੀ। ਹੁਣ ਤਾਂ ਇਹ ਤਜਵੀਜ਼ਾਂ ਸਨ ਕਿ ਕਰਜ਼ਾ ਮੁਕਾ ਕੇ 1 ਸਾਲ ਟ੍ਰੇਨਿੰਗ ਕਾਲਜ ਵਿੱਚ ਪੜ੍ਹਾਵਾਂਗਾ ਤੇ ਫਿਰ ਕਿਸੇ ਸਕੂਲ ਵਿੱਚ ਜ਼ਿੰਦਗੀ ਦੇ ਦਿਨ ਗੁਜ਼ਾਰਾਂਗਾ। ਪਰ ਮੇਰਾ ਪਾਤਸ਼ਾਹ ਮੇਰੇ ਸਿਰ ਉੱਤੇ ਖਲੋਤਾ ਮੁਸਕਰਾ ਰਿਹਾ ਸੀ ਤੇ ਆਖ ਰਿਹਾ ਸੀ, ਭੋਲਾ ਬੱਚਾ, ਤੈਂ ਕੀ ਹੋਇਆ? ਜੇ ਗੁੜ ਥੋੜ੍ਹਾ ਪਿਆ ਹੈ, ਇਤਨੇ ਨਾਲ ਹੀ ਕੰਮ ਸਾਰਿਆ ਜਾ ਸਕੇਗਾ। ਇੱਕ ਰਾਤ ਸੁੱਤੇ ਪਿਆਂ ਅਜਬ ਸੁਪਨਾ ਆਇਆ ਕਿ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਬਣਿਆ ਹੋਇਆ ਹਾਂ। ਉਨੀ ਦਿਨੀ ਖਾਲਸਾ ਕਾਲਜ ਦਾ ਪ੍ਰਿੰਸੀਪਲ ਵਾਦਨ ਸਾਹਿਬ ਸੀ। ਗਵਰਨਮੈਂਟ ਕਾਲਜ ਲਾਹੌਰ ਵਿੱਚ ਮੈਂ ਉਸ ਦਾ ਸ਼ਾਗਿਰਦ ਵੀ ਰਹਿ ਚੁੱਕਾ ਸਾਂ। ਮੈਂ ਉਹਨਾਂ ਨੂੰ ਆਪਣੇ ਸੁਪਨੇ ਦੀ ਗੱਲ ਲਿਖ ਭੇਜੀ। ਪੁੱਛਿਆ ਕਿ ਕੀ ਉਹ ਇਸ ਸੁਪਨੇ ਨੂੰ ਠੀਕ ਕਰ ਵਿਖਾਉਣਗੇ। ਅਣਜਾਣਾ ਵਾਲੀ ਗੱਲ, ਵਹਿਮੀ ਨੂੰ ਉੱਤਰ ਕੀ ਦਿੰਦਾ, ਪਰ ਉਸ ਨੇ ਉੱਤਰ ਦੇ ਹੀ ਦਿੱਤਾ ਤੇ ਲਿਖਿਆ, ਮੈਨੂੰ ਸੁਪਨਿਆਂ ਵਿੱਚ ਕੋਈ ਸ਼ਰਧਾ ਨਹੀਂ। ਸੁਪਨਾ ਨੇਪਰੇ ਚੜ੍ਹਨ ਵਾਲੇ ਰਾਹੇ ਦਿਨ ਬੀਤਦੇ ਗਏ। ਮੇਰੇ ਸਿਰੋਂ ਕਰਜ਼ੇ ਦਾ ਭਾਰ ਹੌਲਾ ਹੁੰਦਾ ਗਿਆ। ਸੰਨ 1917 ਦੇ ਫਰਵਰੀ ਮਾਰਚ ਵਿੱਚ ਅਖਬਾਰਾਂ ਵਿੱਚ ਖਬਰਾਂ ਨਿਕਲਣ ਲੱਗ ਪਈਆਂ ਕਿ ਗੁਜਰਾਂਵਾਲੇ ਖਾਲਸਾ ਕਾਲਜ ਖੁੱਲ੍ਹਣ ਦੀ ਤਿਆਰੀ ਹੋ ਰਹੀ ਹੈ। ਮੈਂ ਲਾਹੌਰ ਆਪਣੇ ਸੰਸਕ੍ਰਿਤ ਦੇ ਪ੍ਰੋਫੈਸਰ ਸਾਹਿਬ ਨੂੰ ਚਿੱਠੀ ਲਿਖ ਕੇ ਸਰਟੀਫਿਕੇਟ ਮੰਗਵਾਇਆ ਤੇ ਵੇਲਾ ਆਉਣ 'ਤੇ ਦਰਖਾਸਤ ਭੇਜ ਦਿੱਤੀ। ਰੁਕਾਵਟਾਂ ਅਤੇ ਉਹਨਾਂ ਦਾ ਹੱਲ। ਗੁਜਰਾਂਵਾਲੇ ਰਹਿੰਦੇ ਮੇਰੇ ਇੱਕ ਮਿੱਤਰ ਨੇ ਮੈਨੂੰ ਲਿਖ ਭੇਜਿਆ ਕਿ ਤੇਰੀ ਦਰਖਾਸਤ ਤਾਂ ਕਾਲਜ ਕਮੇਟੀ ਨੂੰ ਮਿਲ ਗਈ ਹੈ, ਪਰ ਇਸ ਦੀ ਪ੍ਰਵਾਨਗੀ ਦੀ ਕੋਈ ਆਸ ਨਹੀਂ ਹੈ। ਇੱਕ ਤਾਂ ਤੂੰ ਸਿਰਫ BA ਹੈ, ਦੂਜਾ ਸਿੱਖ ਹੈ। ਉਹ ਕਹਿੰਦੇ ਹਨ ਕਿ ਸਿੱਖ ਕੀ ਤੇ ਸੰਸਕ੍ਰਿਤ ਕੀ, ਫਿਰ ਉਹ ਵੀ ਨਿਰਾ BA। ਮੈਂ ਉਸੇ ਵੇਲੇ ਕਾਲਜ ਦੇ ਸਕੱਤਰ ਸਾਹਿਬ ਨੂੰ ਇੱਕ ਚਿੱਠੀ ਲਿਖੀ ਕਿ ਮੈਨੂੰ ਤਨਖਾਹ ਤੋਂ ਬਿਨਾਂ ਹੀ ਰੱਖ ਕੇ ਵੇਖਿਆ ਜਾਏ। ਮੇਰੇ ਉਹ ਮਿੱਤਰ ਡਾਕਟਰ ਜੈਮਲ ਸਿੰਘ ਜੀ ਉੱਥੇ ਹੈਲਥ ਅਫਸਰ ਸਨ। ਅਸੀਂ ਇਕੱਠੇ ਹੀ ਦਿਆਲ ਸਿੰਘ ਕਾਲਜ ਤੇ ਗਵਰਨਮੈਂਟ ਕਾਲਜ ਵਿੱਚ ਪੜ੍ਹਦੇ ਰਹੇ ਸਾਂ। ਉਹਨਾਂ ਵੀ ਹੱਥ ਪੈਰ ਹਿਲਾਏ ਤੇ ਮੈਨੂੰ ਮੌਕਾ ਮਿਲ ਗਿਆ। ਮਈ ਸੰਨ 1917 ਵਿੱਚ ਫਰੂਕਾ ਸਕੂਲ ਛੱਡ ਕੇ ਮੈਂ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲ ਵਿੱਚ ਸੰਸਕ੍ਰਿਤ ਅਤੇ ਗੁਰਬਾਣੀ ਪੜ੍ਹਾਉਣ 'ਤੇ ਆ ਲੱਗਾ। 2 ਮਹੀਨੇ ਮੇਰੀ ਪੜ੍ਹਾਈ ਦੀ ਅੰਦਰੇ ਅੰਦਰ ਪੜਤਾਲ ਹੁੰਦੀ ਰਹੀ। ਆਖਰ ਸਕੱਤਰ ਸਾਹਿਬ ਇੱਕ ਦਿਨ ਆ ਕੇ ਮਿਲੇ ਤੇ ਕਹਿਣ ਲੱਗੇ ਕਿ ਗੁਜਰਾਂਵਾਲੇ ਦੀ ਹਿੰਦੂ ਜਨਤਾ ਮੇਰੇ ਕੰਮ ਉੱਤੇ ਬਹੁਤ ਖੁਸ਼ ਹੈ। ਗੁਪਤ ਖਜ਼ਾਨੇ ਦੀ ਲਗਨ ਦਾ ਢੋਅ ਢੁੱਕ ਪਿਆ। ਫਰਵਰੀ ਸੰਨ 1920 ਵਿੱਚ ਸਰਦਾਰ ਜੋਧ ਸਿੰਘ ਜੀ MA ਉਸ ਕਾਲਜ ਦੇ ਪ੍ਰਿੰਸੀਪਲ ਬਣ ਕੇ ਆਏ। ਉਹਨਾਂ ਆਉਂਦਿਆਂ ਹੀ ਸਟਾਫ ਦੀਆਂ ਤਨਖਾਹਾਂ ਦੇ ਗ੍ਰੇਡ ਬਣਵਾਏ। ਮੈਨੂੰ 75, 5,
ਬਟਾ 125 ਦਾ ਗ੍ਰੇਡ ਦਿੱਤਾ ਗਿਆ। ਇਹ ਸੁਣ ਕੇ ਮੇਰਾ ਦਿਲ ਟੁੱਟ ਗਿਆ। ਚੰਗੀ ਤਰ੍ਹਾਂ ਸੋਚ ਵਿਚਾਰ ਕੇ ਮੈਂ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਕਿ ਇਸ ਪੁੱਛਨੇ ਜਿਹੇ ਗ੍ਰੇਡ ਉੱਤੇ ਭੁੱਖ ਨੰਗ ਵਿੱਚ ਹੀ ਜ਼ਿੰਦਗੀ ਰੋਲ ਲੈਣੀ ਚੰਗਾ ਕੰਮ ਨਹੀਂ। ਮੈਂ ਸੋਚਿਆ ਕਿ ਇਸ ਨਾਲੋਂ ਇਹ ਚੰਗਾ ਰਹੇਗਾ ਕਿ ਮੈਂ ਇੱਕ ਟ੍ਰੇਨਿੰਗ ਕਾਲਜ ਵਿੱਚ ਪੜ੍ਹ ਕੇ ਕਿਸੇ ਸਕੂਲ ਵਿੱਚ ਜ਼ਿੰਦਗੀ ਗੁਜ਼ਾਰਾਂ। ਨੌਕਰੀ ਤੋਂ ਅਸਤੀਫਾ ਲਿਖ ਕੇ ਮੈਂ ਸਰਦਾਰ ਜੋਧ ਸਿੰਘ ਜੀ ਪਾਸ ਲੈ ਗਿਆ। ਐਤਵਾਰ ਦਾ ਦਿਨ ਸੀ। ਉਹ ਆਪਣੇ ਘਰ ਬੈਠੇ ਹੋਏ ਸਨ। ਮੈਨੂੰ ਅਸਤੀਫੇ ਦਾ ਕਾਰਨ ਪੁੱਛਿਆ ਤੇ ਮੈਂ ਘੱਟ ਤਨਖਾਹ ਗ੍ਰੇਡ ਦਾ ਗਿਲਾ ਕੀਤਾ। ਉਹ ਕਹਿਣ ਲੱਗੇ ਕਿ ਸੰਸਕ੍ਰਿਤ ਵਾਸਤੇ ਇਸ ਤੋਂ ਵੱਧ ਹੋਰ ਦਿੱਤਾ ਵੀ ਕੀ ਜਾ ਸਕਦਾ ਸੀ। ਇਹ ਸੁਣ ਕੇ ਮੈਂ ਪੁੱਛਿਆ, ਸਰਦਾਰ ਜੀ, ਤੁਸੀਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਕੀ ਪੜ੍ਹਾਇਆ ਕਰਦੇ ਸੀ? ਕਹਿਣ ਲੱਗੇ, ਧਾਰਮਿਕ। ਮੈਂ ਫਿਰ ਪੁੱਛਿਆ, ਉੱਥੇ ਤੁਹਾਡੀ ਤਨਖਾਹ ਦਾ ਗ੍ਰੇਡ ਕੀ ਸੀ? ਉੱਤਰ ਦਿੱਤਾ, 150 ਬਟਾ 15 ਬਟਾ 300। ਮੈਂ ਅੱਗੋਂ ਇਉਂ ਆਖਿਆ, ਅਜਬ ਰੰਗ ਹਨ ਕਰਤਾਰ ਦੇ। ਸਰਦਾਰ ਜੋਧ ਸਿੰਘ ਜੀ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਧਾਰਮਿਕ ਪੜ੍ਹਾਉਣ ਤਾਂ ਇਹਨਾਂ ਨੂੰ 150 15 ਬਟਾ 300 ਦਾ ਗ੍ਰੇਡ ਮਿਲੇ। ਗਰੀਬ ਸਾਹਿਬ ਸਿੰਘ ਇੱਥੇ ਧਾਰਮਿਕ ਪੜ੍ਹਾਏ ਤਾਂ ਇਸ ਨੂੰ ਇੱਕ ਕੌਡੀ ਵੀ ਨਾ ਦਿੱਤੀ ਜਾਏ। ਬੜੇ ਖਰਵੇ ਸਨ ਬੋਲ ਮੇਰੇ, ਪਰ ਸਰਦਾਰ ਜੀ ਨੇ ਬੜੇ ਠਰਮੇ ਨਾਲ ਸੁਣੇ। ਉਹਨਾਂ ਦੇ ਚਿਹਰੇ ਉੱਤੇ ਮੈਨੂੰ ਪਛਤਾਵੇ ਜਿਹੇ ਦੀ ਝਲਕ ਜਾਪੀ। ਮੈਨੂੰ ਕਹਿਣ ਲੱਗੇ, ਮੈਨੂੰ ਇਸ ਗੱਲ ਦਾ ਚੇਤਾ ਨਹੀਂ ਰਿਹਾ, ਪਰ ਮੈਂ ਤੇਰੇ ਨਾਲ ਅਗਾਂਹ ਗੱਲ ਤਾਂ ਹੀ ਤੋਰ ਸਕਦਾ ਹਾਂ ਜੇ ਤੂੰ ਆਪਣਾ ਅਸਤੀਫਾ ਮੈਥੋਂ ਵਾਪਸ ਲੈ ਲੈ। ਮੈਂ ਅਸਤੀਫਾ ਮੋੜ ਲਿਆ। ਫਿਰ ਮੈਨੂੰ ਪੁੱਛਣ ਲੱਗੇ, ਕੀ ਤੁਹਾਨੂੰ ਗੁਰਮਤਿ ਦੀ ਉਤਨੀ ਵਾਕਫੀਅਤ ਹੈ ਜਿਤਨੀ ਮੈਨੂੰ? ਮੈਂ ਕਿਹਾ, ਜੀ ਨਹੀਂ। ਕਹਿਣ ਲੱਗੇ, ਫਿਰ ਜੇ ਤੁਹਾਨੂੰ ਮੇਰੇ ਵਾਲਾ ਗ੍ਰੇਡ ਨਾ ਮਿਲੇ ਤਾਂ ਇਸ ਨੂੰ ਅਯੋਗਤਾ ਨਹੀਂ ਸਮਝੋਗੇ? ਮੈਂ ਉੱਤਰ ਦਿੱਤਾ, ਜੀ ਨਹੀਂ, ਪਰ ਮੈਨੂੰ ਕੁਝ ਨਾ ਕੁਝ ਤਾਂ ਮਿਲਣਾ ਚਾਹੀਦਾ ਹੈ ਨਾ। 2 ਮਿੰਟ ਸੋਚ ਕੇ ਮੈਨੂੰ ਪੁੱਛਿਆ, ਕੀ ਤੁਹਾਨੂੰ 120 ਬਟਾ 8 200 ਦਾ ਗ੍ਰੇਡ ਪ੍ਰਵਾਨ ਹੈ? ਤੇ ਨਾਲ ਹੀ ਇਹ ਵੀ ਕਿਹਾ ਕਿ ਜਦੋਂ ਤੁਸੀਂ ਇਸ ਮਜ਼ਮੂਨ ਵਾਸਤੇ ਸੱਚਮੁੱਚ ਯੋਗ ਅਧਿਆਪਕ ਬਣ ਜਾਓਗੇ ਤਦੋਂ ਮੇਰੇ ਵਾਲਾ ਗ੍ਰੇਡ ਵੀ ਦਿੱਤਾ ਜਾਏਗਾ। ਮੈਂ ਉਹਨਾਂ ਦੀ ਤਜਵੀਜ਼ ਖਿੜੇ ਮੱਥੇ ਮੰਨ ਲਈ। ਸੁਚੱਜੀ ਅਗਵਾਈ। 6 ਕੁ ਦਿਨ ਬੀਤੇ। ਸਰਦਾਰ ਜੋਧ ਸਿੰਘ ਜੀ ਨੇ ਮੈਨੂੰ ਆਪਣੇ ਘਰ ਸੱਦ ਭੇਜਿਆ। ਮੇਰੇ ਵਾਸਤੇ ਇਹ ਨਵਾਂ ਗ੍ਰੇਡ ਪ੍ਰਵਾਨ ਹੋ ਚੁੱਕਾ ਸੀ। ਕਹਿਣ ਲੱਗੇ, ਦਿਨ ਕੱਟੀ ਵਿੱਚ ਕੋਈ ਸਵਾਦ ਨਹੀਂ। ਹੁਣ ਇਸ ਮਜ਼ਮੂਨ ਵਾਸਤੇ ਪੂਰੀ ਮਿਹਨਤ ਕਰੋ, ਮੈਂ ਹਰ ਤਰ੍ਹਾਂ ਦੀ ਮਦਦ ਕਰਾਂਗਾ। ਇਹ ਆਖ ਕੇ ਉਹਨਾਂ ਆਪਣੀ ਅਲਮਾਰੀ ਖੋਲ੍ਹੀ। ਉਸ ਵਿੱਚੋਂ ਆਪਣਾ ਸਾਂਭ ਕੇ ਰੱਖਿਆ ਹੋਇਆ ਗੁਰਮਤਿ ਸਾਹਿਤ ਦਾ ਚੋਖਾ ਖਜ਼ਾਨਾ ਮੇਰੇ ਹਵਾਲੇ ਕਰ ਦਿੱਤਾ। ਬੜਾ ਕੀਮਤੀ ਸੀ ਉਹ ਖਜ਼ਾਨਾ ਮੇਰੇ ਵਾਸਤੇ। ਮੇਰੀ ਜ਼ਿੰਦਗੀ ਵਿੱਚ ਇਹ ਪਹਿਲਾ ਮੌਕਾ ਸੀ ਕਿ ਗੁਰਮਤਿ ਗੁਰਬਾਣੀ ਦੀ ਡੂੰਘੀ ਵਾਕਫੀਅਤ ਹਾਸਲ ਕਰਨ ਵਾਸਤੇ ਮੈਨੂੰ ਸਿੱਖ ਕੌਮ ਦਾ ਚੋਟੀ ਦਾ ਉਹ ਵਿਦਵਾਨ ਮਿਲ ਪਿਆ ਜਿਸ ਨੇ ਆਪਣੀ ਖੁਸ਼ੀ ਨਾਲ ਮੇਰੀ ਮਦਦ ਕਰਨਾ ਪ੍ਰਵਾਨ ਕੀਤਾ। ਮੈਂ ਵੀ ਮਿਹਨਤ ਕਰਨ ਵਿੱਚ ਦਿਨ ਰਾਤ ਇੱਕ ਕਰ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਛੋਟੇ ਆਕਾਰ ਦੀਆਂ ਇੰਟਰਲੀਫ ਹੋਈਆਂ ਸੰਚੀਆਂ ਵੀ ਮੈਂ ਮੰਗਵਾ ਲਈਆਂ। ਸਰਦਾਰ ਜੋਧ ਸਿੰਘ ਜੀ ਦੇ ਪਾਏ ਪੂਰਨਿਆਂ ਉੱਤੇ ਮੈਂ ਗੁਰਬਾਣੀ ਦੀ ਵਿਚਾਰ ਵੀ ਪੂਰੀ ਮਿਹਨਤ ਨਾਲ ਕਰਨ ਲੱਗ ਪਿਆ। ਨਵੀਂ ਝਲਕ। ਇਸੇ ਹੀ ਸਾਲ 1920 ਦੇ ਦਸੰਬਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਸਮੇਂ ਰੱਖੇ ਹੋਏ ਅਖੰਡ ਪਾਠ ਵਿੱਚ ਪਾਠ ਕਰਦਿਆਂ ਮੈਨੂੰ ਗੁਰਬਾਣੀ ਦੇ ਵਿਆਕਰਣ ਦੀ ਪਹਿਲੀ ਝਲਕ ਪ੍ਰਾਪਤ ਹੋਈ। ਸਾਬਤ ਵਿਆਕਰਣ ਦੇ ਰੂਪ ਵਿੱਚ ਆ ਕੇ ਉਹ ਪੁਸਤਕ ਅੱਜ ਸਿੱਖ ਜਗਤ ਵਿੱਚ ਗੁਰਬਾਣੀ ਦੇ ਅਰਥ ਸਮਝਣ ਵਾਸਤੇ ਵਿੱਤ ਅਨੁਸਾਰ ਸੇਵਾ ਕਰ ਰਹੀ ਹੈ। ਵੇਖਿਆ ਜੇ, ਮੇਰੇ ਆਪਣੇ ਹੀ ਪਿੰਡ ਦੇ ਇੱਕ ਸ਼ਾਹ ਦੀ ਥੋੜ੍ਹੀ ਜਿਤਨੀ ਬਦ ਸਲੂਕੀ ਨੇ ਮੈਨੂੰ ਮੇਰੇ ਮਿੱਥੇ ਹੋਏ ਗਲਤ ਭਵਿੱਖ ਵੱਲੋਂ ਹਟਾ ਕੇ ਉਹ ਖਜ਼ਾਨਾ ਹਾਸਲ ਕਰਨ ਵਿੱਚ ਸਹਾਇਤਾ ਕਰ ਦਿੱਤੀ ਜੋ ਖਜ਼ਾਨਾ ਮੇਰੇ ਪਾਤਸ਼ਾਹ ਨੇ ਮੇਰੇ ਵਾਸਤੇ ਸਾਂਭ ਕੇ ਰੱਖਿਆ ਹੋਇਆ ਸੀ। ਮੇਰਾ ਪੱਕਾ ਨਿਸ਼ਚਾ ਇਹੀ ਹੈ ਕਿ ਮੈਨੂੰ ਕਾਠ ਦੀ ਪੁਤਲੀ ਨੂੰ ਮੇਰਾ ਪਾਤਸ਼ਾਹ ਆਪ ਹੀ ਖਿਡਾਉਂਦਾ ਤੁਰਿਆ ਆ ਰਿਹਾ ਹੈ। ਅਜੇ ਹੋਰ ਬਖਸ਼ਿਸ਼ਾਂ ਲਈ ਅਨੋਖੇ ਢੰਗ। ਜਿਸ ਗੁਰਬਾਣੀ ਵਿਆਕਰਨ ਦੀ ਇੱਕ ਨਿੱਕੀ ਜਿਹੀ ਝਲਕ ਮੈਨੂੰ ਦਸੰਬਰ 1920 ਵਿੱਚ ਪ੍ਰਾਪਤ ਹੋਈ ਸੀ, ਉਸ ਦੀ ਪੂਰੀ ਖੋਜ ਕਰਨ ਵਾਸਤੇ ਵੀ ਮੇਰੇ ਸਬੱਬ ਪੈਦਾ ਕੀਤੇ ਗਏ। ਸ਼੍ਰੋਮਣੀ ਕਮੇਟੀ। ਮਈ 1921 ਵਿੱਚ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਬੰਦ ਕਰ ਦਿੱਤਾ ਗਿਆ। ਉਸ ਸਾਲ ਦੇ ਜੁਲਾਈ ਮਹੀਨੇ ਵਿੱਚ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿੱਚ ਮੀਤ ਸਕੱਤਰ ਬਣਨ ਦਾ ਅਵਸਰ ਮਿਲਿਆ।
ਅਕਤੂਬਰ ਵਿੱਚ ਮੋਰਚੇ ਸ਼ੁਰੂ ਹੋ ਗਏ। ਦਫ਼ਤਰ ਵਿੱਚ ਕੰਮ ਬਹੁਤ ਹੀ ਵੱਧ ਗਿਆ। ਗੁਰਬਾਣੀ ਵਿਆਕਰਨ ਦੀ ਸੁੱਧ ਬੁੱਧ ਉੱਕਾ ਹੀ ਵਿਸਰ ਗਈ। ਪਰ ਅਗਸਤ 1922 ਵਿੱਚ ਮੋਰਚਿਆਂ ਨੇ ਮੈਨੂੰ ਦਫ਼ਤਰ ਵਿੱਚੋਂ ਵੇਲ ਦਵਾ ਕੇ ਵੱਡੇ ਘਰ ਭਿਜਵਾ ਦਿੱਤਾ। ਇਸ ਤਰ੍ਹਾਂ ਗੁਰਬਾਣੀ ਵਿਆਕਰਨ ਦੀ ਖੋਜ ਵਾਸਤੇ ਬਹੁਤ ਸਮਾਂ ਮਿਲਣ ਲੱਗ ਪਿਆ। ਮੁੜ ਗੁਜਰਾਂਵਾਲੇ ਮੋਰਚੇ ਮੁੱਕ ਗਏ। ਦਫ਼ਤਰ ਦੇ ਕੰਮ ਦੇ ਗਾਰਡ ਨੇ ਗੁਰਬਾਣੀ ਵਿਆਕਰਨ ਦੀ ਖੋਜ ਦਾ ਕੰਮ ਫਿਰ ਪਿੱਛੇ ਪਾ ਦਿੱਤਾ। ਦਫ਼ਤਰ ਵਿੱਚੋਂ ਤਾਂ ਇਸ ਕੰਮ ਵਾਸਤੇ ਕਦੇ ਸਮਾਂ ਮਿਲਣਾ ਹੀ ਨਹੀਂ ਸੀ। ਮੇਰੇ ਮਾਲਕ ਨੇ ਇੱਥੋਂ ਉਖੇੜ ਕੇ ਮੈਨੂੰ ਫਿਰ ਖਾਲਸਾ ਕਾਲਜ ਗੁਜਰਾਂਵਾਲੇ ਅਪੜਾ ਦਿੱਤਾ। ਸਤੰਬਰ 1927 ਤੋਂ ਜੁਲਾਈ 1929 ਤੱਕ ਉੱਥੇ ਗੁਰਬਾਣੀ ਦੇ ਵਿਚਾਰਨ ਅਤੇ ਵਿਆਕਰਨ ਦੀ ਖੋਜ ਦਾ ਚੰਗਾ ਅਵਸਰ ਬਣਿਆ ਰਿਹਾ। ਗੁਰਬਾਣੀ ਦੇ ਟੀਕੇ ਜੂਨ 1929 ਵਿੱਚ ਮੈਨੂੰ ਗੁਜਰਾਂਵਾਲੇ ਕਾਲਜ ਦੀ ਨੌਕਰੀ ਤੋਂ ਹਟਾ ਦਿੱਤਾ ਗਿਆ। ਨੌਕਰੀ ਤੋਂ ਹਟਾਏ ਜਾਣ ਦੀ ਘਟਨਾ ਹੀ ਐਸੀ ਸੀ ਜਿਸ ਨੇ ਉਸ ਵੇਲੇ ਤਾਂ ਮੈਨੂੰ ਹੱਥ ਪੈਰ ਦੀ ਪਾ ਦਿੱਤੀ। ਪਰ ਥੋੜ੍ਹੇ ਹੀ ਮਹੀਨਿਆਂ ਪਿੱਛੋਂ ਮੈਨੂੰ ਯਕੀਨ ਬਣ ਗਿਆ ਕਿ ਇਸ ਦੇ ਪਿੱਛੇ ਇੱਕ ਅਗੰਮੀ ਤਾਕਤ ਕੰਮ ਕਰ ਰਹੀ ਸੀ। ਮੈਨੂੰ ਉਸ ਰਾਏ ਪਾਇਆ ਜਾ ਰਿਹਾ ਸੀ ਜਿਸ ਦਾ ਮੈਨੂੰ ਉਸ ਵਕਤ ਤੱਕ ਚੇਤਾ ਵੀ ਨਹੀਂ ਸੀ। ਅਚਨਚੇਤ ਦੀ ਬੇਰੁਜ਼ਗਾਰੀ ਦੇ ਕਾਰਨ ਮੈਨੂੰ ਆਪਣਾ ਭਵਿੱਖ ਹਨੇਰਾ ਦਿਸ ਰਿਹਾ ਸੀ। ਕੁਝ ਔੜਦਾ ਨਹੀਂ ਸੀ ਕਿ ਕੀ ਕਰਾਂ। ਉਮਰ 35 ਸਾਲਾਂ ਤੋਂ ਲੰਘ ਤੁਰੀ ਸੀ। 6 ਬੱਚਿਆਂ ਦਾ ਪਿਓ ਸਾਂ ਉਸ ਵੇਲੇ। ਨੌਕਰੀ ਤੋਂ ਬਿਨਾਂ ਆਮਦਨ ਦਾ ਹੋਰ ਕੋਈ ਵਸੀਲਾ ਨਹੀਂ ਸੀ। ਇਸ ਵਾਸਤੇ ਟ੍ਰੇਨਿੰਗ ਕਾਲਜ ਵਿੱਚ 1 ਸਾਲ ਪੜ੍ਹਨ ਦਾ ਖਿਆਲ ਉਸ ਵੇਲੇ ਮੈਨੂੰ ਫੁਰ ਨਹੀਂ ਸਕਦਾ ਸੀ। ਮੈਂ ਇੱਕ ਮਾਸਿਕ ਪੱਤਰ ਜਾਰੀ ਕਰਨ ਦੀ ਸਲਾਹ ਬਣਾਈ। ਉਸ ਵਿੱਚ ਗੁਰਬਾਣੀ ਦੇ ਕਠਿਨ ਹਿੱਸਿਆਂ ਦੇ ਟੀਕੇ ਲਈ ਵੀ ਥਾਂ ਮਿਥੀ। ਟੀਕੇ ਵਾਸਤੇ ਪਹਿਲੀ ਬਾਣੀ ਮੈਂ ਭੱਟਾਂ ਦੇ ਸਵਈਏ ਚੁਣੀ। ਉਹ ਅਨੋਖੀ ਘਟਨਾ ਮੈਨੂੰ ਨੌਕਰੀ ਤੋਂ ਕਿਵੇਂ ਜਵਾਬ ਮਿਲਿਆ। 1921 ਵਿੱਚ ਗੁਜਰਾਂਵਾਲੇ ਵਾਲਾ ਖਾਲਸਾ ਕਾਲਜ ਟੁੱਟ ਜਾਣ 'ਤੇ ਸਰਦਾਰ ਜੋਧ ਸਿੰਘ ਜੀ 3 ਕੁ ਸਾਲਾਂ ਪਿੱਛੋਂ 1924 ਵਿੱਚ ਮੁੜ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਜਾ ਪ੍ਰੋਫੈਸਰ ਬਣੇ ਅਤੇ ਮੈਂ 1927 ਵਿੱਚ ਦੂਜੀ ਵਾਰੀ ਜਾਰੀ ਹੋ ਚੁੱਕੇ ਖਾਲਸਾ ਕਾਲਜ ਗੁਜਰਾਂਵਾਲੇ ਵਿੱਚ ਜਾ ਪਹੁੰਚਿਆ। 1929 ਵਿੱਚ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਪੰਜਾਬੀ ਪੜ੍ਹਾਉਣ ਵਾਸਤੇ ਨਵੀਂ ਅਸਾਮੀ ਥਾਪੀ ਗਈ। ਸਰਦਾਰ ਜੋਧ ਸਿੰਘ ਜੀ ਨੇ ਉਸ ਅਸਾਮੀ ਵਾਸਤੇ ਪ੍ਰਬੰਧਕਾਂ ਪਾਸ ਮੇਰਾ ਨਾਂ ਤਜਵੀਜ਼ ਕਰ ਦਿੱਤਾ। ਜੂਨ ਦਾ ਮਹੀਨਾ ਚੜ੍ਹਨ ਵਾਲਾ ਸੀ। ਉਸ ਵਕਤ ਦੇ ਪ੍ਰਿੰਸੀਪਲ ਸਰਦਾਰ ਬਿਸ਼ਨ ਸਿੰਘ ਜੀ ਨੇ ਮੈਨੂੰ ਜਾਣ ਪਛਾਣ ਲਈ ਸੱਦਾ ਭੇਜਿਆ। ਮੈਂ ਉਹ ਚਿੱਠੀ ਉੱਥੋਂ ਦੇ ਪ੍ਰਿੰਸੀਪਲ ਸਾਹਿਬ ਨੂੰ ਵਿਖਾਈ ਅਤੇ ਛੁੱਟੀ ਲੈ ਕੇ ਮੈਂ ਅੰਮ੍ਰਿਤਸਰ ਆਇਆ। ਸਰਦਾਰ ਬਿਸ਼ਨ ਸਿੰਘ ਜੀ ਨੇ ਮੈਨੂੰ ਉਸ ਵੇਲੇ ਕਾਲਜ ਵਿੱਚ ਕੰਮ ਕਰਨ ਲਈ ਆਖਿਆ, ਪਰ ਮੈਂ ਬੇਨਤੀ ਕੀਤੀ ਕਿ ਪਹਿਲਾਂ ਮੈਨੂੰ ਆਪਣੀ ਪਹਿਲੀ ਥਾਂ ਤੋਂ ਅਸਤੀਫਾ ਦੇ ਲੈਣਾ ਚਾਹੀਦਾ ਹੈ। ਇੱਥੋਂ ਵਾਲੀ ਸਾਰੀ ਗੱਲਬਾਤ ਮੈਂ ਪ੍ਰਿੰਸੀਪਲ ਸਾਹਿਬ ਨੂੰ ਜਾ ਦੱਸੀ। ਕਾਲਜ ਕਮੇਟੀ ਨੇ ਛੁੱਟੀਆਂ ਦੀ ਤਨਖਾਹ ਬਚਾਉਣ ਲਈ ਮੈਨੂੰ ਉਸੇ ਹਫ਼ਤੇ ਜਵਾਬ ਦੇ ਦਿੱਤਾ। ਦੂਜੇ ਪਾਸਿਓਂ ਵੀ ਗਿਆ। ਯੂਨੀਵਰਸਿਟੀ ਦੇ ਕੈਲੰਡਰ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਟਾਫ ਵਿੱਚ ਮੇਰਾ ਨਾਂ ਛਪ ਚੁੱਕਾ ਸੀ। ਕਿਤੇ ਸਹਿਜ ਸੁਭਾਏ ਗਵਰਨਮੈਂਟ ਦੇ ਚੀਫ ਸਕੱਤਰ ਨਾਲ ਕਾਲਜ ਦੇ ਪ੍ਰਧਾਨ ਸਾਹਿਬ ਨੇ ਮੇਰੇ ਰੱਖੇ ਜਾਣ ਦੀ ਗੱਲ ਕੀਤੀ। ਉਸ ਵੇਲੇ ਦਾ ਚੀਫ ਸਕੱਤਰ ਅਕਾਲੀ ਮੋਰਚਿਆਂ ਵੇਲੇ ਜ਼ਿਲ੍ਹਾ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਸੀ। ਉਹ ਚਮਕ ਉੱਠਿਆ ਕਿ ਅਜਿਹੇ ਬਾਗੀ ਨੂੰ ਇਸ ਕਾਲਜ ਵਿੱਚ ਥਾਂ ਨਹੀਂ ਮਿਲਣੀ ਚਾਹੀਦੀ। ਕਾਲਜ ਨੂੰ ਸਰਕਾਰ ਪਾਸੋਂ ਚੋਖੀ ਸਾਲਾਨਾ ਗ੍ਰਾਂਟ ਮਿਲਦੀ ਸੀ ਅਤੇ ਉਹ ਮੇਰੀ ਖਾਤਰ ਗਵਾਈ ਨਹੀਂ ਜਾ ਸਕਦੀ ਸੀ। ਬਸ ਮੈਂ ਦੋਹਾਂ ਪਾਸਿਆਂ ਤੋਂ ਗਿਆ। ਮੈਨੂੰ ਗੁਜਰਾਂਵਾਲੇ ਬੈਠੇ ਨੂੰ ਹੀ ਇਹ ਖਬਰ ਅਪੜਾਈ ਗਈ। ਸਰਦਾਰ ਸੁੰਦਰ ਸਿੰਘ ਜੀ ਮਜੀਠੀਆ। ਗਰਮੀਆਂ ਖਤਮ ਹੋਈਆਂ। ਮਜੀਠੀਆ ਸਰਦਾਰ ਜੀ ਸ਼ਿਮਲੇ ਤੋਂ ਅੰਮ੍ਰਿਤਸਰ ਆਏ। ਮੇਰੇ ਦੋਸਤਾਂ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਉਹਨਾਂ ਨੂੰ ਮਿਲਾਂ। ਇਤਨੇ ਵੱਡੇ ਵਿਅਕਤੀ ਨੂੰ ਮਿਲਣ ਤੋਂ ਝਾਕਾ ਤਾਂ ਬਹੁਤ ਲੱਗੇ, ਪਰ ਹੋਰ ਰਸਤਾ ਵੀ ਕੋਈ ਨਹੀਂ ਸੀ। ਦੀਵਾਲੀ ਤੋਂ 1 ਦਿਨ ਪਹਿਲਾਂ ਮੈਂ ਉਹਨਾਂ ਦੀ ਕੋਠੀ ਜਾ ਪਹੁੰਚਿਆ। ਮੈਨੂੰ ਗੱਲਬਾਤ ਕਰਨ ਦਾ ਸਮਾਂ ਦਿੱਤਾ ਅਤੇ ਉਹ ਗੱਲਬਾਤ ਬੜੇ ਅਨੋਖੇ ਢੰਗ ਵਿੱਚ ਹੋਈ। ਮੈਂ ਕਿਹਾ, ਸਰਦਾਰ ਜੀ, ਮੈਂ ਨੌਕਰੀ ਵਾਸਤੇ ਤੁਹਾਡੇ ਕਾਲਜ ਵਿੱਚ ਕੋਈ ਦਰਖਾਸਤ ਨਹੀਂ ਸੀ ਦਿੱਤੀ। ਤੁਹਾਡੇ ਪ੍ਰਿੰਸੀਪਲ ਸਾਹਿਬ ਨੇ ਆਪ ਹੀ ਮੈਨੂੰ ਦੱਸਿਆ ਸੀ। ਰੱਖ ਵੀ ਲਿਆ ਅਤੇ ਰੱਖ ਕੇ ਬਿਨਾਂ ਮੇਰੇ ਕਿਸੇ ਦੋਸ਼ ਦੇ ਮੈਨੂੰ ਹਟਾ ਵੀ ਦਿੱਤਾ ਗਿਆ। ਮੈਂ ਸ਼੍ਰੋਮਣੀ ਕਮੇਟੀ ਵਿੱਚ 6 ਸਾਲ ਤਨੋ ਮਨੋ ਪੰਥ ਦੀ ਸੇਵਾ ਕੀਤੀ ਹੈ ਕਿ ਇਸ ਸੇਵਾ ਦਾ ਸਿੱਟਾ ਇਹ ਨਿਕਲਣਾ ਚਾਹੀਦਾ ਸੀ ਕਿ ਅਕਾਰਨ ਹੀ ਮੈਨੂੰ ਅਤੇ ਮੇਰੇ ਸਾਰੇ ਪਰਿਵਾਰ ਨੂੰ
ਪੰਥ ਦੇ ਉੱਘੇ ਸਿੱਖ ਹੀ ਤਬਾਹ ਕਰ ਦੇਣ ਕਿ ਆਪ ਦੱਸਣ ਦੀ ਕਿਰਪਾ ਕਰੋਗੇ ਕਿ ਇੱਕ ਗਰੀਬ ਦੀ ਤਬਾਹੀ ਦਾ ਜ਼ਿੰਮੇਵਾਰ ਕੌਣ ਹੈ। ਮੈਂ ਆਪਣੇ ਗੁਰੂ ਦੇ ਦਰ ਫਰਿਆਦ ਕਰਨੀ ਚਾਹੁੰਦਾ ਹਾਂ। ਮੇਰਾ ਫਿਰ ਉਹੀ ਖਰਵਾ ਰਵੱਈਆ ਜੋ ਮੈਂ 1920 ਵਿੱਚ ਸਰਦਾਰ ਜੋਧ ਸਿੰਘ ਨਾਲ ਵਰਤਿਆ ਸੀ। ਪਰ ਮਜੀਠੀਆ ਜੀ ਸਨ ਬੜੇ ਹੀ ਗੰਭੀਰ। ਉਹ ਮੈਨੂੰ ਇੱਕ ਸਾਖੀ ਸੁਣਾਉਣ ਲੱਗੇ। ਅੱਜ ਉਹ ਲਫ਼ਜ਼ ਭਾਈ ਮਰਦਾਨਾ ਹੀ ਬੋਲੇ ਸਨ ਕਿ ਮੈਂ ਟੋਕ ਦਿੱਤਾ ਤੇ ਆਖਿਆ, ਸਰਦਾਰ ਜੀ, ਸਾਖੀਆਂ ਮੈਂ ਵੀ ਬੜੀਆਂ ਸੁਣਾ ਸਕਦਾ। ਸਾਖੀ ਦੀ ਮੈਨੂੰ ਲੋੜ ਨਹੀਂ। ਮੈਨੂੰ ਸਿਰਫ ਇਹ ਦੱਸੋ ਕਿ ਮੈਨੂੰ ਕਿਸ ਸਿੱਖ ਨੇ ਤਬਾਹ ਕੀਤਾ ਹੈ ਤੇ ਕਿਉਂ। ਫਿਰ ਉਹ ਉਹੀ ਸਾਖੀ ਸੁਣਾਉਣ ਲੱਗੇ ਤੇ ਮੈਂ ਫਿਰ ਟੋਕ ਦਿੱਤਾ। ਆਖਰ ਮੈਨੂੰ ਪਹਿਲੀ ਵਾਰੀ ਉਹਨਾਂ ਤੋਂ ਹੀ ਪਤਾ ਲੱਗਾ ਕਿ ਗਵਰਨਮੈਂਟ ਦੇ ਚੀਫ ਸਕੱਤਰ ਨੇ ਮੇਰੀ ਵਿਰੋਧਤਾ ਕੀਤੀ ਹੈ, ਕਿਉਂਕਿ ਮੈਂ ਬਾਗੀ ਸਮਝਿਆ ਜਾ ਰਿਹਾ ਹਾਂ। ਵੱਡੇ ਬੰਦਿਆਂ ਨੂੰ ਮਿਲਣ ਦਾ ਮੈਨੂੰ ਕੋਈ ਤਜਰਬਾ ਨਹੀਂ ਸੀ। ਮੈਂ ਆਪਣੀ ਨਾ ਤਜਰਬਾਕਾਰੀ ਵਿੱਚ ਹੀ ਇਉਂ ਬੋਲ ਉੱਠਿਆ, ਕਰਤਾਰ ਦੇ ਰੰਗ। ਸ਼੍ਰੋਮਣੀ ਕਮੇਟੀ ਦੀ ਜਿਸ ਵਰਕਿੰਗ ਕਮੇਟੀ ਦੇ ਅਧੀਨ ਮੈਂ ਕੰਮ ਕਰ ਰਿਹਾ ਸਾਂ, ਉਸ ਦੇ ਦੋ ਉੱਘੇ ਮੈਂਬਰ ਇਸ ਵੇਲੇ ਖਾਲਸਾ ਕਾਲਜ ਦੇ ਦੋ ਸਿਰ ਕੱਢ ਪ੍ਰੋਫੈਸਰ ਹਨ। ਉਹ ਬਾਗੀ ਨਹੀਂ। ਇੱਕ ਮੈਂਬਰ ਖਾਲਸਾ ਕਾਲਜ ਗੁਜਰਾਂਵਾਲੇ ਦਾ ਪ੍ਰਿੰਸੀਪਲ ਹੈ, ਉਹ ਵੀ ਬਾਗੀ ਨਹੀਂ। ਬਾਗੀ ਸਿਰਫ ਸਾਹਿਬ ਸਿੰਘ ਹੈ। ਕਿਉਂ? ਕਿਉਂਕਿ ਉਹ ਗਰੀਬ ਹੈ। ਪਤਾ ਨਹੀਂ ਕਿਉਂ, ਪਰ ਨਾਰਾਜ਼ ਹੋਣ ਦੇ ਥਾਂ ਉਹਨਾਂ ਬੜੇ ਮਿੱਠੇ ਲਫ਼ਜ਼ਾਂ ਵਿੱਚ ਮੈਨੂੰ ਹੌਸਲਾ ਦਿੱਤਾ ਤੇ ਕਹਿਣ ਲੱਗੇ ਕਿ ਅਸੀਂ ਯਤਨ ਕਰਾਂਗੇ ਮਦਦ ਕਰਨ ਵਾਸਤੇ। ਪ੍ਰਿੰਸੀਪਲ ਬਿਸ਼ਨ ਸਿੰਘ ਜੀ। ਮੈਂ ਆਪਣੇ ਦੋਸਤਾਂ ਨੂੰ ਉਹ ਸਾਰੀ ਗੱਲਬਾਤ ਆ ਸੁਣਾਈ। ਹੁਣ ਉਹਨਾਂ ਮੈਨੂੰ ਸਲਾਹ ਦਿੱਤੀ ਕਿ ਮੈਂ ਪ੍ਰਿੰਸੀਪਲ ਸਾਹਿਬ ਨੂੰ ਮਿਲਾਂ, ਪਰ ਉਹਨਾਂ ਮੈਨੂੰ ਇਹ ਵੀ ਦੱਸ ਦਿੱਤਾ ਕਿ ਜੇ ਉਹ ਖਫਾ ਹੋਏ ਤਾਂ ਉਰਦੂ ਵਿੱਚ ਬੋਲਣਗੇ। ਸਭ ਕੁਝ ਸੁਣ ਕੇ ਫਿਰ ਵੀ ਤੂੰ ਆਪਣੀ ਗੱਲ ਛੇੜਨੀ ਹੋਵੇਗੀ। ਅਗਲੇ ਦਿਨ ਮੈਂ ਪ੍ਰਿੰਸੀਪਲ ਸਾਹਿਬ ਦੀ ਕੋਠੀ ਗਿਆ। ਦਫ਼ਤਰ ਵਿੱਚ ਬੈਠੇ ਸਨ। ਮੈਂ ਜਾ ਕੇ ਫਤਿਹ ਬੁਲਾਈ ਤੇ ਆਪੇ ਹੀ ਕੁਰਸੀ ਤੇ ਬੈਠ ਗਿਆ। ਸੱਚਮੁੱਚ ਹੀ ਉਹ ਨਾਰਾਜ਼ਗੀ ਵਿੱਚ ਹੀ ਉਰਦੂ ਬੋਲਣ ਲੱਗ ਪਏ। ਉਹ ਬੋਲਦੇ ਰਹੇ ਤੇ ਮੈਂ ਬੇਧਿਆਨਾ ਬੈਠਾ ਰਿਹਾ। ਜਦੋਂ ਉਹ ਮੁਕਾ ਚੁੱਕੇ ਤਾਂ ਮੈਂ ਗੱਲ ਸ਼ੁਰੂ ਕੀਤੀ। ਸੱਚ ਜਾਣਿਓ, ਮੈਂ ਉਹਨਾਂ ਨਾਲ ਪਹਿਲਾਂ ਨਾਲੋਂ ਵੀ ਵਧੇਰੇ ਰੁੱਖੇ ਢੰਗ ਵਿੱਚ ਕੁਝ ਇਹੋ ਜਿਹਾ ਬੋਲਿਆ। ਸਰਦਾਰ ਜੀ, ਤੁਸੀਂ ਰਿਟਾਇਰ ਹੋ ਕੇ ਚੋਖੀ ਪੈਨਸ਼ਨ ਲੈ ਰਹੇ ਹੋ, ਜਾਇਦਾਦ ਵਾਲੇ ਵੀ ਸੁਣੀਦੇ ਹੋ। ਤੁਹਾਡਾ ਇਹ ਵੇਲਾ ਭਜਨ ਕਰਨ ਦਾ ਸੀ। ਮੈਨੂੰ ਕਹਿ ਰਹੇ ਹੋ ਕਿ ਮੈਂ ਫਿਰ ਬਾਗੀਆਂ ਵਿੱਚ ਜਾ ਰਲਿਆ। ਮੈਨੂੰ ਸ੍ਰੀ ਦਰਬਾਰ ਸਾਹਿਬ ਦੇ ਦਫ਼ਤਰ ਵਿੱਚ ਇੱਕ ਆਰਜੀ ਜਿਹੀ ਨੌਕਰੀ ਮਿਲ ਗਈ ਸੀ। ਮੈਂ ਇਸ ਕਾਲਜ ਵਿੱਚ ਕੋਈ ਦਰਖਾਸਤ ਨਹੀਂ ਸੀ ਭੇਜੀ। ਤੁਸੀਂ ਆਪ ਹੀ ਮੈਨੂੰ ਤਬਾਹ ਕਰਕੇ ਹੁਣ ਉੱਤੋਂ ਦੀ ਹੋ ਰਹੇ ਹੋ। ਜੇ ਮੇਰੇ ਪੱਲੇ ਵੀ ਚਾਰ ਪੈਸੇ ਹੁੰਦੇ ਤਾਂ ਮੈਂ ਭਲਾ ਇੱਥੇ ਕਿਉਂ ਆਂਦਾ। ਮੇਰਾ ਪਾਤਸ਼ਾਹ ਜਾਣੇ ਕਿ ਕੀ ਖੇਡ ਵਰਤੀ। ਉੱਠ ਕੇ ਖਲੋ ਗਏ। ਮੈਂ ਅਜੇ ਕੁਰਸੀ ਉੱਤੇ ਬੈਠਾ ਹੋਇਆ ਹੀ ਸਾਂ ਤੇ ਮੈਨੂੰ ਥਾਪੜਾ ਆ ਦਿੱਤਾ ਤੇ ਕਹਿਣ ਲੱਗੇ, ਓ ਡੋਂਟ ਫੀਅਰ, ਆਈ ਵਿਲ ਟੇਕ ਯੂ। ਡਰ ਨਹੀਂ, ਮੈਂ ਤੈਨੂੰ ਰੱਖ ਲਵਾਂਗਾ। ਉਸੇ ਹੀ ਵੇਲੇ ਉਹਨਾਂ ਟੈਲੀਫੋਨ ਤੇ ਪ੍ਰੈਜ਼ੀਡੈਂਟ ਸਾਹਿਬ ਨਾਲ ਗੱਲ ਕੀਤੀ। ਮੈਂ ਅਗਲੇ ਹੀ ਦਿਨ 4 ਨਵੰਬਰ ਨੂੰ ਖਾਲਸਾ ਕਾਲਜ ਵਿੱਚ ਆਪਣੇ ਕੰਮ ਤੇ ਆ ਲੱਗਾ। ਮੈਂ ਕਿਵੇਂ ਨਾ ਮੰਨਾਂ ਕਿ ਇਤਨੇ ਵੱਡੇ ਆਦਮੀਆਂ ਨਾਲ ਇਤਨਾ ਰੁੱਖਾ ਤੇ ਖਰਵਾ ਹੋਇਆਂ ਵੀ ਮੇਰੇ ਰੱਖੇ ਜਾਣ ਵਿੱਚ ਮੇਰੇ ਪਾਤਸ਼ਾਹ ਦਾ ਹੱਥ ਸੀ। ਵਾਦਨ ਸਾਹਿਬ ਦੇ ਵੇਲੇ ਦਾ ਆਇਆ ਹੋਇਆ ਉਹ ਸੁਪਨਾ 4 ਨਵੰਬਰ 1929 ਨੂੰ ਪੂਰਾ ਹੋ ਗਿਆ। ਸਿੱਧਾ ਗਾਡੀ ਰਾਹ। ਭੱਟਾਂ ਦੇ ਸਵਈਆਂ ਦਾ ਟੀਕਾ 1930-31 ਵਿੱਚ ਛਪ ਗਿਆ। ਉਸ ਤੋਂ ਅਗਲੇ ਸਾਲ ਜਪ ਸਾਹਿਬ ਦਾ ਪੜ੍ਹੇ ਲਿਖੇ ਨੌਜਵਾਨਾਂ ਨੇ ਇਹਨਾਂ ਨੂੰ ਪਸੰਦ ਕਰਕੇ ਮੇਰੀ ਹੌਸਲਾ ਅਫਜ਼ਾਈ ਕੀਤੀ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਬੰਧਕ ਕਮੇਟੀ ਦੇ ਐਲਾਨ ਨੇ ਪ੍ਰੇਰਨਾ ਦਿੱਤੀ। ਮੈਂ 1932 ਵਿੱਚੋਂ ਗੁਰਬਾਣੀ ਵਿਆਕਰਨ ਵੀ ਮੁਕੰਮਲ ਕਰ ਲਿਆ। ਦਿਨੋਂ ਦਿਨ ਮੇਰੇ ਲਿਖੇ ਟੀਕੇ ਪਸੰਦ ਕੀਤੇ ਜਾਣ ਲੱਗ ਪਏ। ਸਾਰੀ ਸਿੱਖ ਕੌਮ ਦੇ ਇਸ ਕੇਂਦਰੀ ਕਾਲਜ ਨਾਲ ਬਣੇ ਸਬੰਧ ਨੇ ਮੇਰੀ ਮਿਹਨਤ ਨੂੰ ਇਤਨੀ ਸਫਲਤਾ ਦਿੱਤੀ ਜਿਸ ਦਾ ਮੈਨੂੰ ਕਦੇ ਚੇਤਾ ਵੀ ਨਹੀਂ ਸੀ। ਅਜੇ ਵੀ ਕਸਰ ਰਹਿੰਦੀ ਸੀ। ਮੈਨੂੰ ਕਈ ਸੱਜਣ ਮਿੱਤਰ ਕਹਿੰਦੇ ਸਨ ਕਿ ਮੇਰਾ ਲਿਖਿਆ ਗੁਰਬਾਣੀ ਵਿਆਕਰਨ ਤਦੋਂ ਹੀ ਲਾਭਦਾਇਕ ਹੋ ਸਕਦਾ ਹੈ ਜੇ ਮੈਂ ਆਪ ਹੀ ਇਸ ਵਿਆਕਰਨ ਅਨੁਸਾਰ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਖਾਂ। ਇਹ ਬੜਾ ਭਾਰਾ ਕੰਮ ਸੀ। ਮੈਨੂੰ ਹੌਸਲਾ ਨਹੀਂ ਸੀ ਪੈਂਦਾ ਇਸ ਨੂੰ ਸ਼ੁਰੂ ਕਰਨ ਦਾ। ਨਾਲੇ ਮੈਨੂੰ ਇਹ ਖਿਆਲ ਬਣਿਆ ਰਹਿੰਦਾ ਸੀ ਕਿ ਮੇਰੀ ਇਸ ਮਿਹਨਤ ਨੂੰ ਛਾਪੇਗਾ ਕੌਣ। ਵਿੱਚੋਂ ਟਾਵੀਆਂ ਮੁਸ਼ਕਲ ਬਾਣੀਆਂ ਦੇ ਟੀਕੇ ਲਿਖੀ ਜਾ ਰਿਹਾ ਸਾਂ।
ਉਹਨਾਂ ਵਿੱਚੋਂ ਕਈ ਛਪਦੇ ਵੀ ਜਾ ਰਹੇ ਸਨ। ਅਸਲ ਕੰਮ ਸੀ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ। 1956 ਦੀਆਂ ਗਰਮੀਆਂ ਵਿੱਚ ਦਿੱਲੀ ਦੇ ਇੱਕ ਸੱਜਣ ਦਲੀਪ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ। ਮੇਰੇ ਟੀਕੇ ਆਦਿਕ ਉਹਨਾਂ ਪੜ੍ਹੇ ਹੋਏ ਸਨ। ਮੈਨੂੰ ਵੀ ਮਿਲਣ ਆ ਗਏ। ਗੱਲ ਚੱਲ ਪਈ ਸਾਰੇ ਟੀਕੇ ਦੀ। ਮੈਂ ਕੁਝ ਢਿੱਲਾ ਮੱਠਾ ਸਾਂ। ਕਹਿਣ ਲੱਗੇ, ਪ੍ਰੋਫੈਸਰ ਜੀ ਲਿਖ ਤਾਂ ਜਾਓ, ਜੇ ਤੁਹਾਡੇ ਜਿਉਂਦਿਆਂ ਨਹੀਂ ਤਾਂ ਪਿੱਛੋਂ ਹੀ ਸਹੀ, ਕਦੇ ਛਪੇਗਾ ਹੀ। ਉਹ ਤਾਂ ਇਹ ਆਖ ਕੇ ਚਲੇ ਗਏ। ਅਗਲੇ ਹੀ ਦਿਨ ਮੇਰੇ ਜੱਕੋ ਤੱਕੇ ਮੁੱਕ ਗਏ ਤੇ 1 ਜਨਵਰੀ 1957 ਨੂੰ ਮੈਂ ਟੀਕਾ ਲਿਖਣਾ ਸ਼ੁਰੂ ਕਰ ਦਿੱਤਾ। ਮੇਰਾ ਇਹੀ ਨਿਸ਼ਚਾ ਹੈ ਕਿ ਇਹ ਪ੍ਰੇਰਨਾ ਮੇਰੇ ਗੁਰੂ ਪਾਤਸ਼ਾਹ ਨੇ ਆਪ ਹੀ ਕਰਾਈ ਸੀ। ਇੱਕ ਅਚਰਜ ਹਲੂਣਾ। 1958 ਦੇ ਸਿਆਲ ਵਿੱਚ ਮੇਰਾ ਗਲਾ ਥੋੜ੍ਹਾ ਕੁ ਖਰਾਬ ਹੋ ਗਿਆ। ਉਨੀ ਦਿਨੀ ਮੈਂ ਟੀਕਾ ਲਿਖਣ ਤੇ ਬਹੁਤ ਜ਼ੋਰ ਲਾ ਰਿਹਾ ਸਾਂ। ਮੈਂ ਉਸ ਤਕਲੀਫ ਵੱਲ ਕੋਈ ਧਿਆਨ ਨਾ ਦਿੱਤਾ। ਸਹਿਜੇ ਸਹਿਜੇ ਤਕਲੀਫ ਵੱਧਦੀ ਗਈ। ਸਰੀਰ ਅੱਗੇ ਹੀ ਕਈ ਰੋਗਾਂ ਦਾ ਸ਼ਿਕਾਰ ਸੀ। ਨਿੱਕੀ ਜੀ ਗੱਲ ਤੋਂ ਕਈ ਗੁੰਝਲਾਂ ਪੈਦਾ ਹੋ ਗਈਆਂ, ਪਰ ਟੀਕੇ ਦਾ ਕੰਮ ਮੈਂ ਅਜੇ ਵੀ ਜਾਰੀ ਰੱਖਿਆ। ਮੇਰੀ ਤਾਂਘ ਇਹ ਸੀ ਕਿ ਇਹ ਸਾਰਾ ਕੰਮ ਦਸੰਬਰ 1959 ਵਿੱਚ ਮੁਕਾ ਸਕਾਂ। ਆਖਰ ਮੈਂ ਚੁਫੇਰਿਓਂ ਘੇਰਿਆ ਗਿਆ। ਖੂਨੀ ਬਵਾਸੀਰ ਦੀ ਤਕਲੀਫ ਮੈਨੂੰ ਬਹੁਤ ਸਾਲਾਂ ਤੋਂ ਸੀ। ਉਸ ਨੇ ਵੀ ਅਚਨਚੇਤ ਆ ਹੱਲਾ ਕੀਤਾ। ਇਸ ਦੇ 5-6 ਦਿਨਾਂ ਦੇ ਹੀ ਹੱਲੇ ਨਾਲ ਮੈਨੂੰ ਇਉਂ ਦਿਸ ਪਿਆ ਕਿ ਜੀਵਨ ਡੋਰ 1-2 ਦਿਨਾਂ ਵਿੱਚ ਹੀ ਟੁੱਟਣ ਵਾਲੀ ਹੈ। ਜਿਸ ਕੰਮ ਦੀ ਖਾਤਰ ਸਰੀਰਕ ਸਿਹਤ ਵੱਲੋਂ ਮੈਂ ਲਾਪਰਵਾਹੀ ਕਰ ਰਿਹਾ ਸਾਂ, ਉਹ ਕੰਮ ਮੈਨੂੰ ਜਬਰੀ ਤੌਰ 'ਤੇ ਛੱਡਣਾ ਪੈ ਗਿਆ। ਮੇਰਾ ਆਪਣਾ ਹੀ ਕਾਕਾ ਡਾਕਟਰ ਹੈ, ਸਾਡੇ ਪਾਸ ਹੀ ਰਹਿੰਦਾ ਹੈ। ਮੈਂ ਉਸ ਨਾਲ ਵੀ ਗੱਲ ਨਾ ਕੀਤੀ। ਗੱਲ ਤਦੋਂ ਹੀ ਕੀਤੀ ਜਦੋਂ ਸਰੀਰ ਨਿਡਾਲ ਹੋ ਚੁੱਕਾ ਸੀ। ਮੇਰਾ ਕਾਕਾ ਮੈਨੂੰ ਉਸੇ ਵੇਲੇ ਹਸਪਤਾਲ ਲੈ ਗਿਆ। ਉੱਥੇ ਟੀਕਾ ਲਵਾਇਆ ਤੇ ਖੂਨ ਬੰਦ ਹੋ ਗਿਆ, ਪਰ ਕਮਜ਼ੋਰੀ ਅਤ ਦਰਜੇ ਦੀ ਹੋ ਚੁੱਕੀ ਸੀ। 1959 ਦੇ ਮਈ ਦਾ ਪਹਿਲਾ ਹਫ਼ਤਾ ਸੀ। ਇਹਨਾਂ ਹੀ ਦਿਨਾਂ ਵਿੱਚ ਅੰਮ੍ਰਿਤਸਰ ਬਾਜ਼ਾਰ ਮਾਈ ਸੇਵਾ ਦੇ ਸਿੰਘ ਬ੍ਰਦਰਜ਼ ਵਾਲਿਆਂ ਦਾ ਕਾਕਾ ਮੇਰੇ ਪਾਸ ਕਿਸੇ ਕੰਮ ਆਇਆ। ਮੈਨੂੰ ਉਸੇ ਵੇਲੇ ਫੁਰਨਾ ਫੁਰਿਆ ਕਿ 1946 ਵਿੱਚ ਸਾਰੀ ਭਗਤ ਬਾਣੀ ਦਾ ਟੀਕਾ ਖਤਮ ਕੀਤਾ ਸੀ। ਹੁਣ ਤੱਕ ਉਸ ਨੂੰ ਲੁਕਾਈ ਤੁਰਿਆ ਆ ਰਿਹਾ ਹਾਂ। ਜੇ ਜੀਵਨ ਡੋਰ ਟੁੱਟ ਗਈ ਤਾਂ ਮੇਰੀ ਇਹ ਸਾਰੀ ਕੀਤੀ ਮਿਹਨਤ ਸ਼ਾਇਦ ਰੁਲ ਹੀ ਜਾਏ। ਮੈਂ ਉਸ ਕਾਕੇ ਨੂੰ ਕਿਹਾ, ਆਪਣੇ ਪਿਤਾ ਜੀ ਨੂੰ ਜਾ ਕੇ ਆਖਣਾ ਕਿ ਜੇ ਤੁਸੀਂ ਭਗਤ ਬਾਣੀ ਸਟੀਕ ਛਾਪਣੀ ਚਾਹੋ ਤਾਂ ਛਾਪ ਲਓ। ਤੇ 2 ਹਫ਼ਤਿਆਂ ਦੇ ਅੰਦਰ ਹੀ ਉਹ ਟੀਕਾ ਛਪਣਾ ਸ਼ੁਰੂ ਹੋ ਗਿਆ, ਜੋ 1960 ਦੀ ਵਿਸਾਖੀ ਤੋਂ ਪਹਿਲਾਂ ਬਾਣੀ ਦੇ ਪ੍ਰੇਮੀਆਂ ਦੇ ਹੱਥਾਂ ਵਿੱਚ ਪਹੁੰਚ ਗਿਆ। ਉਧਰੋਂ ਜਿਹੜੀ ਜੀਵਨ ਡੋਰ ਟੁੱਟਦੀ ਜਾਪ ਰਹੀ ਸੀ, ਉਹ ਵੀ ਪਹਿਲੇ ਵਾਂਗ ਹੀ ਮੱਠੀ ਉਡਾਰੀ ਲਾਣ ਲੱਗ ਪਈ। ਇਹ ਕੀ ਹੋਇਆ ਸੀ? ਮੇਰਾ ਯਕੀਨ ਹੈ ਕਿ ਮੇਰੇ ਪਾਤਸ਼ਾਹ ਨੇ, ਮੈਂ ਅਣਜਾਣ ਮੂਰਖ ਦੇ ਮੂੰਹ ਉੱਤੇ ਪਿਆਰ ਨਾਲ ਇੱਕ ਨਿੱਕੀ ਜਿਹੀ ਚਪੇੜ ਮਾਰ ਕੇ ਆਖਿਆ ਸੀ, ਸੋਮ ਬੱਚਾ, ਤੈਨੂੰ ਇਹ ਚੀਜ਼ ਇਸ ਵਾਸਤੇ ਨਹੀਂ ਦਿੱਤੀ ਸੀ ਕਿ ਤੂੰ ਇਸ ਨੂੰ 13-14 ਸਾਲ ਲੁਕਾਈ ਹੀ ਰੱਖੇ। ਸਾਰਾ ਟੀਕਾ ਮੁਕੰਮਲ। ਸਿਹਤ ਠੀਕ ਹੋ ਜਾਣ ਤੇ ਟੀਕੇ ਦਾ ਕੰਮ ਮੈਂ ਫਿਰ ਸ਼ੁਰੂ ਕਰ ਦਿੱਤਾ। ਦਸੰਬਰ 1920 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਨ ਤੇ ਗੁਰੂ ਪਾਤਸ਼ਾਹ ਦੀ ਮਿਹਰ ਨਾਲ ਜਿਸ ਮਹਾਨ ਕੰਮ ਦਾ ਮੁੱਢ ਬੱਝਾ ਸੀ, ਉਹ ਕੰਮ 17 ਜੂਨ 1961 ਨੂੰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਿਰੇ ਚੜ੍ਹ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਈ ਵਿਦਵਾਨ ਗੁਰਮੁਖ ਸੱਜਣ ਲਿਖ ਚੁੱਕੇ ਹੋਏ ਹਨ। ਇਹੀ ਕੰਮ ਜੇ ਮੈਂ ਵੀ ਕਰ ਲਿਆ ਹੈ ਤਾਂ ਇਸ ਵਿੱਚ ਕੋਈ ਬਹੁਤਾ ਮਾਣ ਕਰਨ ਵਾਲੀ ਗੱਲ ਨਹੀਂ, ਪਰ ਮੇਰੇ ਵਾਸਤੇ ਇੱਕ ਬੜਾ ਭਾਰਾ ਅਚੰਭਾ ਹੈ। ਕਿੱਥੇ ਇੱਕ ਅਤ ਗਰੀਬ ਤੇ ਅਨਪੜ੍ਹ ਪੇਂਡੂ ਹਿੰਦੂ ਘਰ ਵਿੱਚ ਜੰਮਿਆ ਹੋਇਆ ਅਤੇ ਉਮਰ ਦੇ ਪਹਿਲੇ ਹਿੱਸੇ ਵਿੱਚ ਕਈ ਸਾਲ ਗਰੀਬੀ ਦੇ ਠੇਡੇ ਖਾਂਦਾ ਆ ਰਿਹਾ ਸਾਹਿਬ ਸਿੰਘ ਤੇ ਇਹ ਮਹਾਨ ਕੰਮ ਕਿੱਥੇ? ਮੇਰਾ ਇਹੀ ਨਿਸ਼ਚਾ ਹੈ ਕਿ ਮੇਰੇ ਗੁਰੂ ਪਾਤਸ਼ਾਹ ਨੇ ਮੇਰੀ ਜੀਵਨ ਪਤੰਗ ਦੀ ਡੋਰ ਨੂੰ ਆਪਣੇ ਹੱਥ ਵਿੱਚ ਫੜਿਆ ਹੋਇਆ ਹੈ। ਇਸ ਟੀਕੇ ਦੀ ਛਪਾਈ। ਟੀਕਾ ਖਤਮ ਹੋਇਆ 5 ਮਹੀਨੇ ਬੀਤ ਗਏ ਹਨ ਤੇ ਹੁਣ ਗੁਰੂ ਪਾਤਸ਼ਾਹ ਦੀ ਮਿਹਰ ਨਾਲ ਟੀਕੇ ਦੀ ਪਹਿਲੀ ਸੈਂਚੀ ਛਪਣੀ ਸ਼ੁਰੂ ਹੋ ਗਈ ਹੈ। ਮੇਰੀਆਂ ਹੱਡ ਬੀਤੀਆਂ ਮੈਨੂੰ ਇਸ ਨਿਸ਼ਚੇ ਉੱਤੇ ਟਿਕੇ ਰਹਿਣ ਲਈ ਮਜਬੂਰ ਕਰਦੀਆਂ ਹਨ ਕਿ ਗੁਰੂ ਪਾਤਸ਼ਾਹ ਦੀ ਮਿਹਰ ਨਾਲ ਹੀ ਇਹ ਕੰਮ ਸਿਰੇ ਚੜ੍ਹ ਸਕਿਆ ਹੈ। ਉਸ ਦੀ ਰਜ਼ਾ ਅਨੁਸਾਰ ਹੀ ਛਪ ਕੇ
ਇਹ ਟੀਕਾ ਬਾਣੀ ਦੇ ਪ੍ਰੇਮੀਆਂ ਦੇ ਹੱਥਾਂ ਵਿੱਚ ਅਪੜੇਗਾ। ਮੈਂ ਤਾਂ ਹਰ ਰੋਜ਼ ਇਹੀ ਅਰਦਾਸ ਕਰਦਾ ਹਾਂ, ਪਾਤਸ਼ਾਹ ਤੂੰ ਹਿੰਮਤ ਦਿੱਤੀ, ਤੂੰ ਸਿਹਤ ਦਿੱਤੀ, ਤੂੰ ਸੂਝ ਦਿੱਤੀ, ਤੂੰ ਸਬੱਬ ਬਣਾਏ ਤੇ ਇਹ ਟੀਕਾ ਸਿਰੇ ਚੜ੍ਹਿਆ ਹੈ। ਹੁਣ ਛਪਾਈ ਵੀ ਤੇਰੀ ਮਿਹਰ ਸਦਕਾ ਹੋ ਰਹੀ ਹੈ। ਮੈਥੋਂ ਅਰਦਾਸ ਵੀ ਆਪ ਹੀ ਕਰਾਂਦਾ ਹੈ। ਮੇਰੀ ਅਰਦਾਸ ਪਿਆਰ ਨਾਲ ਸੁਣਦਾ ਵੀ ਹੈ। ਮੇਰੀ ਹੱਡ ਬੀਤੀ ਦਾ ਨਿਚੋੜ। ਮੈਨੂੰ ਗਰੀਬੀ ਵਿੱਚ ਰੁਲ ਰਹੇ ਨੂੰ ਮੇਰੇ ਗੁਰੂ ਪਾਤਸ਼ਾਹ ਨੇ ਆਪ ਹੀ ਬਾਹੋਂ ਫੜ ਕੇ ਆਪਣੇ ਦਰ 'ਤੇ ਲੈ ਆਂਦਾ। ਜੀਵਨ ਘੋਲ ਦੇ ਸਮੇਂ ਵਿੱਚ ਜਦੋਂ ਵੀ ਕੋਈ ਨਵਾਂ ਮੋੜ ਆਉਂਦਾ ਸੀ, ਜਿਸ ਵੱਲ ਮੈਂ ਮੁੜਨਾ ਚਾਹੁੰਦਾ ਸਾਂ ਜਾਂ ਮੁੜਨ ਲਈ ਯਤਨ ਕਰਦਾ ਸਾਂ, ਉਸ ਹਰੇਕ ਮੋੜ ਤੋਂ ਮੇਰੇ ਪਾਤਸ਼ਾਹ ਨੇ ਮੈਨੂੰ ਆਪ ਹੀ ਰੋਕ ਲਿਆ। ਕਿਉਂਕਿ ਉਸ ਨੇ ਮੈਨੂੰ ਆਪਣੀ ਧੁਰਕੀ ਬਾਣੀ ਦੀ ਵਿਚਾਰ ਦੀ ਦਾਤ ਬਖਸ਼ਣੀ ਸੀ। ਇਹ ਦਾਤ ਉਸ ਨੇ ਮੈਨੂੰ ਉਤਨੀ ਹੀ ਦਿੱਤੀ ਜਿਤਨੀ ਉਸ ਨੇ ਯੋਗ ਸਮਝੀ ਹੈ। ਉਸੇ ਦੀ ਹੀ ਪ੍ਰੇਰਨਾ ਅਨੁਸਾਰ ਜਿਵੇਂ ਢੋ ਢੁਕਦਾ ਆ ਰਿਹਾ ਹੈ, ਮੈਂ ਉਸ ਦੀ ਬਾਣੀ ਦੇ ਪ੍ਰੇਮੀਆਂ ਦੇ ਸਾਹਮਣੇ ਉਹ ਦਾਤ ਪੇਸ਼ ਕਰਦਾ ਆ ਰਿਹਾ ਹਾਂ। ਪਰ ਫਿਰ ਵੀ ਮੈਂ ਭੁੱਲਣਹਾਰ ਹਾਂ। ਉਸ ਦੀ ਬਖਸ਼ੀ ਦਾਤ ਵਿੱਚ ਮੈਂ ਕਈ ਉਕਾਈਆਂ ਰਲਾਈ ਜਾ ਰਿਹਾ ਹੋਵਾਂਗਾ। ਉਹ ਬਖਸ਼ਣਹਾਰ ਹੈ। ਕਿਤਾਬ ਸਿੱਖ ਸਿਦਕ ਨਾ ਹਾਰੇ। ਲੇਖਕ ਪ੍ਰੋਫੈਸਰ ਸਾਹਿਬ ਸਿੰਘ, ਭਾਗ ਦੂਜਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।